ਧੰਨ ਵਾਹਿਗੁਰੂ ਸਾਹਿਬ ਜੀ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ। ਵਿਰਲਾ ਬੁਝੈ ਕੋਈ, ਇਨ ਮਾਇਆ ਜਗ ਮੋਹਿਆ। ਵਿਰਲਾ ਬੁਝੈ ਕੋਈ, ਆਸਾ ਇਕ ਤੁਕੇ। ਸਰਪਨੀ ਤੇ ਊਪਰ ਨਹੀਂ ਬਲਿਆ। ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ। ਜਿਨ ਤ੍ਰਿਭਵਨ ਡਸੀਅਲੇ ਗੁਰ ਪ੍ਰਸਾਦ ਡਿਠੀ। ਰਹਾਉ ਸਰਪਨੀ ਸਰਪਨੀ ਕਿਆ ਕਰੋ ਭਾਈ। ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ। ਸਰਪਨੀ ਤੇ ਆਨ ਛੂਛ ਨਹੀਂ ਅਵਰਾ। ਸਰਪਨੀ ਜੀਤੀ ਕਹਾਂ ਕਰੈ ਜਮਰਾ। ਇਹ ਸਰਪਨੀ ਤਾਕੀ ਕੀਤੀ ਹੋਈ। ਬਲ ਅਬਲ ਕਿਆ ਇਸਤੇ ਹੋਈ। ਇਹ ਵਸਤੀ ਤਾ ਵਸਤ ਸਰੀਰਾ। ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਇਹ ਵਸਤੀ ਤਾਂ ਵਸਤ ਸਰੀਰਾ। ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ਼ਬਦ ਗੁਰੂ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਾਕ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ, ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਇਸ ਸਥਾਨ 'ਤੇ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਆਰੰਭ ਕੀਤੀ ਹੋਈ ਹੈ। ਭਗਤ ਕਬੀਰ ਸਾਹਿਬ ਜੀ ਨੇ ਜੋ ਆਸਾ ਰਾਗ ਦੇ ਅੰਦਰ ਆਪਣੀ ਬਾਣੀ ਉਚਾਰਨ ਕੀਤੀ ਹੈ, ਉਸ ਦਾ ਅੱਜ 19 ਨੰਬਰ ਸ਼ਬਦ, ਪਾਵਨ ਅੰਕ 480 ਦੇ ਉੱਤੇ। ਤੇ ਸ਼ਬਦ ਦੇ ਵਿੱਚ ਜੋ ਸਿਰਲੇਖ ਹੈ ਆਸਾ ਇੱਕ ਤੁਕੇ, ਅੱਗੇ ਪਿਆ ਹੋਇਆ 4। ਪਿੱਛੇ ਅਸੀਂ ਪ੍ਰਸੰਗ ਤੋਂ ਪਹਿਲਾਂ ਜੋ ਹੈਡਿੰਗ ਪਿਆ ਸੀ, ਜਿਹਨੂੰ ਆਪਾਂ ਟਾਈਟਲ ਕਹਿੰਦੇ ਹਾਂ, ਉਹ ਸੀ ਆਸਾ ਕਬੀਰ ਜੀਓ ਪੰਜ ਪਦੇ ਦੁੱਧ ਤੁਕੇ 5। ਔਰ ਉਸ ਤੋਂ ਪਹਿਲਾਂ ਜਿਹੜਾ 5 ਪਦੇ, ਉਹਨਾਂ ਦਾ ਟਾਈਟਲ ਦੇ ਅੱਗੇ ਪਿਆ ਸੀ 9। ਆਓ ਕਿ 5 ਪਦੇ ਦੇ 9 ਸ਼ਬਦ ਨੇ ਅਤੇ ਦੁੱਧ ਤੁਕੇ ਵਾਲੇ 5 ਸ਼ਬਦ ਸਨ, ਉਹ ਪੂਰੇ ਹੋ ਗਏ ਹਨ। ਅੱਜ ਇੱਕ ਤੁਕਾ ਵਾਲਾ ਜਿਹੜਾ ਪਹਿਲਾ ਸ਼ਬਦ
ਆਰੰਭ ਹੋਇਆ, ਇਸ ਦੇ 4 ਸ਼ਬਦ ਨੇ ਅੱਗੇ ਟਾਈਟਲ 'ਚ ਲਿਖਿਆ ਹੋਇਆ। ਸੋ ਆਓ ਇਹ ਪਾਵਨ ਸ਼ਬਦ ਦੇ 5 ਪਦੇ ਹਨ, ਪਰ ਇਸ ਦੇ ਸ਼ਬਦ ਦੇ ਇੱਕ ਪਦੇ ਵਿੱਚ ਇਹ ਇੱਕ ਤੁਕੇ ਵਾਲੇ ਹਨ। ਆਓ ਕਿ ਇੱਕ ਤੁਕ ਨੂੰ ਹੀ 2 ਥਾਵਾਂ 'ਤੇ ਕਰਕੇ ਪੂਰਾ ਕੀਤਾ ਗਿਆ, ਉਸਨੂੰ ਇੱਕ ਤੁਕਾ ਕਹਿੰਦੇ ਹਨ, ਜਿਹੜੀ ਕਿ ਇੱਕ ਦੂਜੇ ਨਾਲ ਬੰਦਿਸ਼ ਮਿਲਾਪ ਕਰਦੀ ਹੈ। ਪੰਕਤੀ ਮਿਲਾਪ ਮੈਚ ਹੁੰਦਾ, ਉਸਨੂੰ ਇੱਕ ਤੁਕ ਕਿਹਾ ਜਾਂਦਾ ਹੈ। ਜਿੱਥੇ ਕਿ ਇੱਕ ਤੁਕ ਦਾ ਆਪਸ ਦੇ ਵਿੱਚ ਅੱਖਰਾਂ ਦਾ ਲਾਸਟ ਮਿਲਾਪ ਹੁੰਦਾ ਹੈ। ਸੋ ਆਓ ਇਸ ਸ਼ਬਦ ਨੂੰ ਵਿਚਾਰਾਂਗੇ। ਇਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਇਹ ਵਿਚਾਰ ਸਾਡੇ ਸਮਕਸ਼ ਰੱਖ ਰਹੇ ਹਨ ਕਿ ਜਿਹੜੀ ਇਹ ਮਾਇਆ ਹੈ, ਇਹ ਮਾਇਆ ਨੇ ਸਾਰੇ ਸੰਸਾਰ ਦੇ ਉੱਤੇ ਆਪਣਾ ਪ੍ਰਭਾਵ ਪਾਇਆ ਹੋਇਆ। ਇਸ ਮਾਇਆ ਦੇ ਪ੍ਰਭਾਵ ਤੋਂ ਉਹੀ ਬਚ ਸਕਦਾ ਹੈ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦਾ ਹੈ, ਗੁਰੂ ਦੀ ਗੱਲ ਨੂੰ ਸੁਣਦਾ ਹੈ, ਉਹਨੂੰ ਜੀਵਨ ਦੇ ਵਿੱਚ ਆਧਾਰ ਬਣਾਉਂਦਾ ਹੈ, ਅਤੇ ਇਹ ਮਾਇਆ ਦੇ ਪ੍ਰਭਾਵ ਤੋਂ ਉਹ ਮਨੁੱਖ ਬਚ ਸਕਦਾ, ਨਹੀਂ ਤਾਂ ਇਸ ਤੋਂ ਕੋਈ ਸੰਸਾਰ ਦੇ ਵਿੱਚ ਨਹੀਂ ਬਚਿਆ। ਆਓ ਆਪਾਂ ਇਸ ਸ਼ਬਦ ਦੀ ਵਿਚਾਰ ਕਰੀਏ, ਇਸ ਮਾਇਆ ਨੂੰ ਸਮਝਣ ਦਾ ਯਤਨ ਕਰੀਏ। ਮਨੋਬਿਰਤੀਆਂ ਇਕਾਗਰ ਕਰੋ, ਪ੍ਰੇਮ ਸਹਿਤ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਹਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਦੇ ਵਿੱਚ ਜਿਨ੍ਹਾਂ ਚੀਜ਼ਾਂ ਦੀ, ਜਿਨ੍ਹਾਂ ਗੱਲਾਂ ਦੀ ਵਿਚਾਰ ਕੀਤੀ ਗਈ, ਉਹਨਾਂ ਬਾਬਤ ਗੁਰੂ ਸਾਹਿਬ ਨੇ ਉਹਨਾਂ ਦੀ ਵਿਆਖਿਆ ਕੀਤੀ। ਜਿਸ ਤਰ੍ਹਾਂ ਕਹਿ ਲਵਾਂ ਕਿ ਉਹਨਾਂ ਨੂੰ ਖੋਲ੍ਹ ਕੇ ਬਾਣੀ ਦੇ ਵਿੱਚ ਸਮਝਾਇਆ ਗਿਆ। ਜਿਵੇਂ ਆਪਾਂ ਮਾਇਆ ਦੀ ਗੱਲ ਕਰਦੇ ਹਾਂ, ਅਤੇ ਜਦੋਂ ਕਿਤੇ ਮਾਇਆ ਅੱਖਰ ਆਉਂਦਾ ਹੈ ਤਾਂ ਸਾਡਾ ਧਿਆਨ ਉਸ ਵੇਲੇ ਹੀ ਪੈਸਿਆਂ ਵੱਲ ਜਾਂਦਾ ਹੈ, ਔਰ ਸਾਡੀ ਸੁਰਤ ਉੱਥੇ ਜਾ ਕੇ ਟਿਕ ਜਾਂਦੀ ਵੀ ਸ਼ਾਇਦ ਕੇਵਲ ਨੋਟਾਂ ਦੀ ਗੱਲ ਚੱਲ ਰਹੀ ਹੈ, ਪੈਸਿਆਂ ਦੀ ਗੱਲ ਚੱਲ ਰਹੀ ਹੈ। ਇਹ ਜਿਹੜੀ ਮਾਇਆ ਅੱਖਰ ਗੁਰੂ ਸਾਹਿਬ ਨੇ ਵਰਤੇ, ਪਰ ਗੁਰੂ ਸਾਹਿਬ ਨੇ ਮਾਇਆ ਦੇ ਬਾਬਤ ਸਾਨੂੰ ਵਿਚਾਰ ਬਖਸ਼ੇ। ਮਾਇਆ ਦੀ ਅਸਲ ਪਰਿਭਾਸ਼ਾ ਜਿਹੜੀ ਹੈ ਉਹ ਸਤਿਗੁਰੂ ਨੇ ਸਾਡੇ ਸਮਕਸ਼ ਰੱਖੀ ਕਿ ਮਾਇਆ ਹੈ ਕੀ। ਕਿਉਂਕਿ ਜਦੋਂ ਵੀ ਕੁਛ ਐਸੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ, ਉਸ ਵੇਲੇ ਸਾਡਾ ਧਿਆਨ ਉਸ ਪਾਸੇ ਚਲਾ ਜਾਂਦਾ ਹੈ, ਪਰ ਉਸਦੇ ਪਿੱਛੇ ਜੋ ਵਿਚਾਰ ਹੈ ਉਹ ਕਈ ਵਾਰੀ ਸਾਡੇ ਅੱਖਾਂ ਤੋਂ, ਸਾਡੇ ਵਿਚਾਰਾਂ ਤੋਂ, ਸਾਡੇ ਸੁਣਨ ਤੋਂ ਉਹ ਚੀਜ਼ਾਂ ਅਲੋਪ ਹੋ ਜਾਂਦੀਆਂ ਹਨ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬੜਾ ਸਪਸ਼ਟ ਲਿਖਿਆ। ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਕਿ ਇਹ ਮਾਇਆ ਜਿਤ ਹਰ ਵਿਸਰੈ। ਇਹ ਮਾਇਆ ਦਾ ਅਰਥ ਹੈ ਇਹ ਸਭ ਕੁਛ ਮਾਇਆ ਹੈ। ਜਗਤ ਦਾ ਜੋ ਤੂੰ ਪਸਾਰਾ ਦੇਖ ਰਿਹਾ, ਜਗਤ ਵਿੱਚ ਜੋ ਵੀ ਕੁਛ ਤੈਨੂੰ ਦਿਖਾਈ ਦੇ ਰਿਹਾ, ਇਹ ਸਭ ਕੁਛ ਮਾਇਆ ਹੈ। ਜਿਸ ਪਸਾਰੇ ਦੇ ਮਗਰ ਲੱਗ ਕੇ, ਪਿੱਛੇ ਲੱਗ ਕੇ ਤੈਨੂੰ ਜਗਤ ਦਾ ਮਾਲਕ ਵਿਸਰ ਜਾਂਦਾ, ਇਹ ਸਭ ਕੁਛ ਹੀ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ, ਜਿਹਦੇ ਪਿੱਛੇ ਲੱਗ ਕੇ ਇਹ ਹਰੀ ਪਰਮਾਤਮਾ ਦੀ ਯਾਦ, ਉਸਦੀ ਹਸਤੀ, ਉਸਦੀ ਹੋਂਦ ਤੈਨੂੰ ਭੁੱਲ ਜਾਂਦੀ ਹੈ, ਤੈਨੂੰ ਰੱਬ ਜੀ ਵਿਸਰ ਜਾਂਦੇ ਹਨ। ਉਹ ਸਭ ਕੁਛ ਮਾਇਆ। ਅਤੇ ਇਹ ਗੱਲ ਤਾਂ ਸਪਸ਼ਟ ਹੋ ਗਈ, ਕੇਵਲ ਨੋਟਾਂ ਦੀ ਗੱਲ ਨਹੀਂ। ਜਗਤ ਵਿੱਚ ਜੋ ਵੀ ਕੁਛ ਉਸਦੀ ਕੁਦਰਤ ਵਿੱਚ ਹੈ, ਔਰ ਕੁਦਰਤ ਦੇ ਉੱਤੇ ਮੋਹਿਤ ਹੋ ਕੇ ਜਦੋਂ ਸਾਨੂੰ ਪਰਮੇਸ਼ਰ ਭੁੱਲਦਾ, ਉਹ ਕੋਈ ਵੀ ਚੀਜ਼ ਹੋ ਸਕਦੀ ਹੈ ਜੋ ਸਾਨੂੰ ਰੱਬ ਨਾਲੋਂ ਦੂਰ ਕਰ ਦਿੰਦੀ ਹੈ, ਅਤੇ ਉਹ ਮਾਇਆ ਹੈ ਜਿਹੜੀ ਰੱਬ ਨਾਲੋਂ ਸਾਨੂੰ ਵਿਛੋੜ ਦਿੰਦੀ ਹੈ, ਪਰਮੇਸ਼ਰ ਨਾਲੋਂ ਸਾਨੂੰ ਦੂਰ ਕਰ ਦਿੰਦੀ ਹੈ। ਇਹ ਪ੍ਰਭਾਵ ਕਿਵੇਂ ਪਾਉਂਦੀ ਹੈ? ਮਹਾਰਾਜ ਕਹਿੰਦੇ ਇਹ ਸਭ ਕੁਛ ਮਾਇਆ ਹੈ, ਜਿਹਦੇ ਨਾਲ ਹਰੀ ਪਰਮਾਤਮਾ ਵਿਸਰ ਜਾਂਦਾ ਹੈ। ਮੋਹ ਉਪਜੈ ਭਾਉ ਦੂਜਾ ਲਾਇਆ। ਮੋਹ ਪੈਦਾ ਕਰਦੀ ਹੈ, ਆਪਣਤ ਪੈਦਾ ਕਰਦੀ ਹੈ, ਮਮਤਾ ਪੈਦਾ ਕਰਦੀ ਹੈ,
ਕੋਈ ਵੀ ਚੀਜ਼ ਜਦੋਂ ਬੰਦਾ ਵੇਖਦਾ, ਜਦੋਂ ਉਹਦੇ ਨਾਲ ਇਸਦੀ ਆਪਣਤ ਪੈਦਾ ਹੋ ਜਾਂਦੀ ਹੈ, ਮਮਤਾ ਪੈਦਾ ਹੋ ਜਾਂਦੀ ਹੈ, ਮੋਹਿਤਾ ਪੈਦਾ ਹੋ ਜਾਂਦਾ, ਇਹ ਮੇਰੀ ਹੈ ਜਾਂ ਮੈਨੂੰ ਚੰਗੀ ਲੱਗ ਰਹੀ ਹੈ, ਜਦੋਂ ਇਹ ਉਸ ਦੇ ਨਾਲ ਜੁੜਦਾ ਹੈ ਫਿਰ ਕੀ ਹੁੰਦਾ? ਭਾਵ ਦੂਜਾ ਲਾਇਆ, ਜੀਵਨ ਵਿੱਚ ਦੂਜਾ ਭਾਵ, ਦੂਜਾ ਪ੍ਰੇਮ ਪੈਦਾ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਇਹ ਮਾਇਆ ਜਿਹੜੀ ਹੈ ਉਹ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ। ਮਾਤਾ ਪਿਤਾ ਦੇ ਰੂਪ ਦੇ ਵਿੱਚ, ਬੱਚਿਆਂ ਦੇ ਰੂਪ ਦੇ ਵਿੱਚ, ਧਨ ਦੌਲਤ ਦੇ ਰੂਪ ਦੇ ਵਿੱਚ, ਘਰ-ਬਾਰ ਦੇ ਰੂਪ ਦੇ ਵਿੱਚ, ਕੁਦਰਤ ਦੇ ਹੋਰ ਕਿਸੇ ਵੀ ਚੀਜ਼ ਨੂੰ ਦੇਖ ਕੇ ਜਦੋਂ ਤੈਨੂੰ ਰੱਬ ਜੀ ਭੁੱਲਦੇ ਨੇ, ਉਹ ਸਭ ਕੁਝ ਮਾਇਆ। ਕੋਈ ਵੀ ਐਸੀ ਚੀਜ਼ ਜਿਹਦੇ ਨਾਲ ਸਾਡੀ ਨੇੜਤਾ ਵਧੇ ਔਰ ਉਸ ਦੇ ਨਾਲ ਨੇੜਤਾ ਵੱਧ ਜਾਏ, ਅਤੇ ਜਿਸ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ, ਉਹ ਸਭ ਕੁਝ ਮਾਇਆ। ਇਸ ਨੂੰ ਗੁਰੂ ਸਾਹਿਬ ਨੇ ਇੱਦਾਂ ਵੀ ਬਾਣੀ 'ਚ ਲਿਖਿਆ ਕਿ ਮਨੁੱਖ ਨੂੰ ਅਸੀਂ ਦੇਖਦੇ ਹਾਂ ਕਿ ਦਾਤ ਪਿਆਰੀ, ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਹਰ ਇੱਕ ਜਿਹੜੀ ਦਾਤ ਹੈ ਉਹ ਸਾਨੂੰ ਪਿਆਰੀ ਲੱਗਦੀ ਹੈ, ਉਹ ਦਾਤ ਹੀ ਅਸਲ ਵਿੱਚ ਮਾਇਆ ਬਣ ਜਾਂਦੀ ਹੈ। ਜਿਸ ਨੂੰ ਅਸੀਂ ਕਹਿੰਦੇ ਇਹ ਸਾਨੂੰ ਬੜਾ ਚੰਗਾ ਲੱਗਦਾ ਹੈ, ਇਹ ਦਾਤ ਸਾਨੂੰ ਰੱਬ ਨੇ ਦਿੱਤੀ ਹੈ। ਪਰ ਜਦੋਂ ਦਾਤ ਸਾਨੂੰ ਕੋਈ ਮਿਲਦੀ ਹੈ ਕਿਸੇ ਵੀ ਰੂਪ ਦੇ ਵਿੱਚ, ਘਰ ਦੇ ਰੂਪ ਵਿੱਚ, ਕਾਰੋਬਾਰ ਦੇ ਰੂਪ ਦੇ ਵਿੱਚ, ਪਰਿਵਾਰ ਦੇ ਰੂਪ ਦੇ ਵਿੱਚ, ਬੱਚਿਆਂ ਦੇ ਰੂਪ ਵਿੱਚ, ਵਿਦਿਆ ਦੇ ਰੂਪ ਦੇ ਵਿੱਚ, ਗਿਆਨ ਦੇ ਰੂਪ ਦੇ ਵਿੱਚ, ਇਹ ਸਾਰੀਆਂ ਦਾਤਾਂ ਨੇ। ਸਾਡੇ ਕੋਲ ਕੋਈ ਵੀ ਚੀਜ਼ ਹੈ ਨਾ, ਇਹ ਰੱਬੀ ਦਾਤ ਹੈ। ਭਾਵੇਂ ਉਹ ਸਾਡੇ ਕੋਲ 4 ਅੱਖਰ ਆ ਗਏ ਨੇ, ਸਾਨੂੰ ਕੋਈ ਗਿਆਨ ਹੋ ਗਿਆ, ਸਾਨੂੰ ਕੋਈ ਜੁਗਤੀ ਆ ਗਈ ਜੀਵਨ ਦੀ, ਇਹ ਸਭ ਕੁਝ ਪਰਮਾਤਮਾ ਦੀ ਦਾਤ ਸੀ। ਅਤੇ ਜਦੋਂ ਅਸੀਂ ਦਾਤ ਨੂੰ ਇਹ ਸਮਝਣ ਲੱਗ ਪੈਂਦੇ ਹਾਂ ਕਿ ਇਹੀ ਮੇਰੀ ਹੈ, ਇਹ ਮੇਰੇ ਉੱਦਮ ਨਾਲ ਪ੍ਰਾਪਤ ਹੋਈ ਹੈ, ਅਤੇ ਫਿਰ ਕੀ ਹੁੰਦਾ? ਜੋ ਕੁਛ ਮਿਲਿਆ ਹੁੰਦਾ ਉਹ ਸਾਨੂੰ ਪਿਆਰੀ ਲੱਗਣ ਲੱਗ ਪੈਂਦੀ। ਦਾਤ ਪਿਆਰੀ, ਵਿਸਰਿਆ ਦਾਤਾਰਾ। ਜਿਸ ਨੇ ਦਾਤ ਦਿੱਤੀ, ਦੇਣ ਵਾਲਾ ਜਿਹੜਾ ਦਾਤਾਰ ਆ, ਉਹ ਸਾਨੂੰ ਭੁੱਲਣਾ ਸ਼ੁਰੂ ਹੋ ਜਾਂਦਾ। ਅੱਜ ਨਹੀਂ ਕੱਲ੍ਹ, ਹੌਲੀ ਹੌਲੀ ਉਹਦੀ ਯਾਦ ਭੁੱਲਦੀ ਹੈ। ਇੱਕ ਦਿਨ ਅਸੀਂ ਕਹਾਂਗੇ ਵੀ ਰੱਬ ਜੀ ਤੁਸੀਂ ਦਾਤ ਦਿੱਤੀ, ਸ਼ੁਕਰਾਨਾ ਕਰ ਦਿੱਤਾ, ਧੰਨਵਾਦ ਕਰ ਦਿੱਤਾ, ਥੈਂਕਸ ਕਰ ਦਿੱਤਾ। ਫਿਰ ਅਸੀਂ ਦਾਤ ਵਿੱਚ ਇਤਨੇ ਉਲਝ ਗਏ ਕਿ ਰੱਬ ਦਾ ਚੇਤੇ ਹੀ ਨਹੀਂ ਰਿਹਾ, ਵਾਹਿਗੁਰੂ ਜੀ ਯਾਦ ਹੀ ਨਹੀਂ ਆਏ। ਅਤੇ ਉਸ ਨੂੰ ਗੁਰੂ ਸਾਹਿਬ ਕੀ ਕਹਿੰਦੇ ਨੇ? ਇਹ ਮਾਇਆ ਹੈ। ਜਦ ਤੈਨੂੰ ਰੱਬ ਜੀ ਭੁੱਲ ਜਾਂਦੇ ਨੇ। ਹੁਣ ਜਿਹੜੀ ਇਤਨੀ ਪ੍ਰਬਲ ਮਾਇਆ ਹੈ, ਜਿਹੜੀ ਰੱਬ ਨੂੰ ਭੁਲਾ ਦਿੰਦੀ ਹੈ, ਜਿਹੜੀ ਸਾਨੂੰ ਆਪਣੇ ਅਸਲੇ ਨਾਲੋਂ ਤੋੜ ਦਿੰਦੀ ਹੈ, ਸਾਨੂੰ ਆਪਣਾ ਅਸਲਾ, ਆਪਣੀ ਹੋਂਦ, ਆਪਣੀ ਜੜ, ਆਪਣਾ ਵਜੂਦ ਚੇਤੇ ਨਹੀਂ ਰਹਿੰਦਾ ਵੀ ਅਸੀਂ ਕਿੱਥੋਂ ਆਏ ਹਾਂ। ਕਿਸ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ, ਕਿਸ ਨੇ ਸਾਨੂੰ ਮਾਤਾ ਦੇ ਗਰਭ ਵਿੱਚ ਬਣਾਇਆ, ਕਿਸ ਨੇ ਇਸ ਸਰੀਰ ਦੀ ਬਣਤਰ ਇਤਨੀ ਸੋਹਣੀ ਬਣਾ ਕੇ ਸਾਨੂੰ ਇਹ ਸਰੀਰ ਦਿੱਤਾ। ਤਾਂ ਹੀ ਤਾਂ ਸੁਖਮਨੀ ਸਾਹਿਬ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਹੋ, ਗੁਰੂ ਮਹਾਰਾਜ ਆਖਦੇ ਨੇ, ਰਾਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਵਖਾਣੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਦੇਖ ਤਾਂ ਸਹੀ ਵੀ ਤੇਰੇ ਸਰੀਰ ਨੂੰ ਛੋਟੇ ਜਿਹੇ ਮੂਲ ਤੋਂ ਔਰ ਐਡਾ ਸੋਹਣਾ ਸਰੀਰ ਬਣਾ ਦਿੱਤਾ। ਇਸ ਸਰੀਰ ਨੂੰ ਬਣਾਉਣ ਵਾਲਾ ਕੌਣ ਸੀ? ਉਹ ਅਕਾਲ ਪੁਰਖ ਵਾਹਿਗੁਰੂ। ਜਿਵੇਂ ਭਗਤ ਧੰਨਾ ਜੀ ਕਹਿੰਦੇ ਨੇ, ਜਨਨੀ ਕੇਰੇ ਉਦਕ ਉਦਰ ਮੈਂ, ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਇਹੋ ਜਿਹਾ ਮਾਲਕ ਹੈ ਸਾਡਾ। ਪਰ ਸਾਡੇ ਨਾਲ ਕੀ ਹੋਇਆ? ਜਿਸ ਨੇ ਸਾਨੂੰ ਇਹ ਬਣਤਰ ਦਿੱਤੀ, ਇਹ ਜੀਵਨ ਦਿੱਤਾ, ਸੰਸਾਰ ਦੇ ਵਿੱਚ ਆ ਕੇ ਇਸ ਕੁਦਰਤ ਦੇ ਪ੍ਰਭਾਵ ਥੱਲੇ ਅਸੀਂ ਉਸ ਦਾਤਾਰ ਪ੍ਰਭੂ ਨੂੰ ਭੁੱਲ ਗਏ, ਜਿਸਨੇ ਇਸ ਸਰੀਰ ਰੂਪੀ ਦਾਤ ਦਿੱਤੀ, ਮਨੁੱਖਾ ਜੀਵਨ ਦਿੱਤਾ ਸਾਨੂੰ ਪਰਮੇਸ਼ਰ ਨੇ। ਹੁਣ ਸੋਚੋ ਕਿ ਇਹ ਮਾਇਆ ਕਿਤਨੀ ਡਾਢੀ ਹੋਵੇਗੀ, ਕਿਤਨੀ ਪ੍ਰਬਲ ਹੋਵੇਗੀ। ਕਿਉਂਕਿ ਜਿਹੜੀ ਮਾਇਆ ਹੈ ਇਹ ਮਾਰੋ ਮਾਰ ਕਰਨ ਵਾਲੀ ਮਾਇਆ ਹੈ। ਮਾਰ ਮਾਰ ਸਰਪਣੀ, ਮਾਰ ਮਾਰਦਾ था, ਮਾਰੋ ਮਾਰ ਕਰਨ ਵਾਲੀ ਮਾਇਆ।
ਸਰਪਣੀ ਦਾ ਅਰਥ ਹੈ ਮਾਇਆ। ਕਹਿੰਦੇ ਇਹ ਮਾਰੋ ਮਾਰ ਕਰਨ ਵਾਲੀ ਜਿਹੜੀ ਮਾਇਆ ਹੈ ਮਹਾਰਾਜ, ਇਹ ਕਿਤੇ ਸ਼ਾਂਤ ਹੋ ਸਕਦੀ ਹੈ? ਇਸ ਮਾਇਆ ਤੋਂ ਬਚਿਆ ਜਾ ਸਕਦਾ? ਜਿਹੜੀ ਮਾਇਆ ਨੇ ਇਸ ਸਾਰੇ ਸੰਸਾਰ ਦੇ ਉੱਤੇ ਆਪਣਾ ਪ੍ਰਭਾਵ ਪਾਇਆ ਹੈ, ਇਹ ਮਾਇਆ ਹੈ ਹਰੀ ਪਰਮਾਤਮਾ ਤੈਨੂੰ ਭੁਲਾ ਦਿੰਦੀ ਹੈ। ਤੇ ਇਸ ਮਾਇਆ ਨੂੰ ਅਸੀਂ ਕਾਬੂ 'ਚ ਕਰ ਸਕਦੇ? ਇਹ ਮਾਇਆ ਕਿਤੇ ਸ਼ਾਂਤ ਹੋ ਸਕਦੀ ਹੈ? ਕਿਉਂਕਿ ਅਸੀਂ ਦੇਖਦੇ ਹਾਂ ਕਿ ਸੰਸਾਰ ਵਿੱਚ ਜਿਤਨੀ ਵੀ ਅਸ਼ਾਂਤੀ ਹੈ ਉਹ ਮਾਇਆ ਦੀ ਇਸ ਮਾਰ ਕਰਕੇ ਹੈ, ਮਾਇਆ ਦੇ ਪ੍ਰਭਾਵ ਕਰਕੇ ਹੈ। ਸੱਚੇ ਪਾਤਸ਼ਾਹ ਵੀ ਤੁਸੀਂ ਕਿਰਪਾ ਕਰੋ ਵੀ ਇਹ ਕਿਤੇ ਸ਼ਾਂਤ ਹੋ ਸਕਦੀ ਹੈ, ਜਿਹੜੀ ਕਿ ਮਾਇਆ ਐਡੀ ਪ੍ਰਬਲ ਹੈ, ਇਹ ਬੜੇ ਜ਼ੋਰਾਂ ਵਾਲੀ ਆਈ ਹੋਈ ਮਾਇਆ ਜਿਹੜੀ ਹੈ, ਜੋ ਸਾਡੇ ਜੀਵਨ 'ਚ ਆ ਗਈ ਹੈ, ਜੋ ਸਾਡੇ ਦਿਲ ਦਿਮਾਗ 'ਚ ਆਪਣਾ ਘਰ ਬਣਾ ਕੇ ਬਹਿ ਗਈ ਹੈ, ਜਿਹਦਾ ਪ੍ਰਭਾਵ ਅਸੀਂ ਕਬੂਲ ਕਰ ਲਿਆ ਹੈ। ਤੁਸੀਂ ਦੱਸੋ ਵੀ ਇਹ ਕਿਤੇ ਸ਼ਾਂਤ ਹੋ ਸਕਦੀ ਹੈ? ਮਹਾਰਾਜ ਕਹਿੰਦੇ ਹਾਂ ਸ਼ਾਂਤ ਹੋ ਸਕਦੀ ਹੈ। ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ। ਨਿਰਮਲ ਜਲ, ਜਲ ਦਾ ਅਰਥ ਹੁੰਦਾ ਹੈ ਪਾਣੀ। ਪਾਓ ਕਿ ਪਵਿੱਤਰ ਜਲ ਵਿੱਚ ਸ਼ਾਂਤ ਸਰ ਵਿੱਚ, ਇੱਥੇ ਜਲ ਦਾ ਅਰਥ ਆਪਾਂ ਸਰੋਵਰ ਨਾਲ ਕਰਾਂਗੇ। ਸਰੋਵਰ ਦਾ, ਕਿਉਂਕਿ ਜਲ ਦਾ ਸੁਮਾ ਹੈ ਸਰੋਵਰ। ਆਖਣ ਲੱਗੇ ਨਿਰਮਲ ਜਲ ਪੈਠੀ। ਪਾਓ ਕਿ ਇਹ ਜਿਹੜੀ ਮਾਇਆ ਹੈ ਇਹ ਸਤ ਸੰਗਤ ਰੂਪ ਸਰੋਵਰ ਵਿੱਚ ਆ ਕੇ ਟਿਕ ਜਾਂਦੀ ਹੈ। ਪੈਠੀ ਦਾ ਅਰਥ ਹੈ ਆ ਟਿਕਦੀ ਹੈ, ਸ਼ਾਂਤ ਹੋ ਜਾਂਦੀ ਹੈ। ਮਾਰ ਮਾਰ ਸਰਬਨੀ ਨਿਰਮਲ ਜਲ ਪੈਠੀ। ਆਖਣ ਲੱਗੇ ਜਿਹੜੀ ਬੜੀ ਜ਼ੋਰਾਂ ਵਾਲੀ ਆਈ ਹੋਈ ਮਾਇਆ ਸਾਡੇ ਜੀਵਨ ਵਿੱਚ ਹੈ, ਇਹ ਸਤਸੰਗਤ ਵਿੱਚ ਸ਼ਾਂਤ ਹੋ ਜਾਂਦੀ ਹੈ। ਜਦੋਂ ਅਸੀਂ ਸਤਸੰਗਤ ਕਰਦੇ ਹਾਂ, ਸੱਚੀ ਸੰਗਤ ਨਾਲ ਜੁੜਦੇ ਹਾਂ, ਸੱਚ ਨਾਲ ਜੁੜਦੇ ਹਾਂ, ਫਿਰ ਇਹ ਮਾਇਆ ਆਪਣਾ ਪ੍ਰਭਾਵ ਨਹੀਂ ਪਾਉਂਦੀ। ਅਸੀਂ ਸਤਸੰਗਤ ਵਿੱਚ ਬਹਿੰਦੇ ਹਾਂ, ਗੁਰੂ ਦੀ ਬਾਣੀ ਨੂੰ ਸੁਣਦੇ ਹਾਂ, ਗਾਉਂਦੇ ਹਾਂ, ਵਿਚਾਰਦੇ ਹਾਂ, ਉਸ ਵੇਲੇ ਇਸ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ। ਕਿਉਂ? ਕਿਉਂਕਿ ਇਹ ਸਤਸੰਗਤ ਵਿੱਚ ਆ ਕੇ ਸ਼ਾਂਤ ਹੋ ਜਾਂਦੀ ਹੈ। ਜਿਸ ਤਰ੍ਹਾਂ ਕਹਿ ਲਵਾਂ ਕਿ ਇਸ ਮਾਰੋ ਮਾਰ ਕਰਨ ਵਾਲੀ ਮਾਇਆ ਦਾ ਜਿਹੜਾ ਪ੍ਰਭਾਵ ਹੈ, ਜਿਹੜਾ ਵੀ ਰੱਬ ਦਾ ਪਿਆਰਾ ਸਤਸੰਗਤ ਵਿੱਚ ਅਪੜ ਜਾਏਗਾ ਅਤੇ ਸਤਸੰਗਤ ਵਿੱਚ ਅਪੜਦਿਆਂ ਉਹ ਠੰਡਾ ਪੈ ਜਾਂਦਾ ਹੈ। ਮਾਇਆ ਦਾ ਪ੍ਰਭਾਵ ਇੱਥੇ ਆ ਕੇ ਇਸ ਮਾਇਆ ਦਾ ਪ੍ਰਭਾਵ ਘਟ ਜਾਂਦਾ ਹੈ ਜਦੋਂ ਕੋਈ ਸਤਸੰਗਤ ਵਿੱਚ ਆ ਜਾਂਦਾ ਹੈ, ਗੁਰੂ ਕੋਲ ਆ ਕੇ ਬਹਿ ਜਾਂਦਾ ਹੈ। ਇੱਕੋ ਹੀ ਥਾਂ ਹੈ ਜਿੱਥੇ ਮਾਇਆ ਕਾਬੂ ਵਿੱਚ ਆ ਸਕਦੀ ਹੈ, ਉਹ ਹੈ ਸਤਸੰਗਤ ਰੂਪੀ ਸਰੋਵਰ, ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ। ਫਿਰ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਜਿਨ ਤ੍ਰਿਭਵਨ ਦਸੀਅਲੇ ਗੁਰ ਪ੍ਰਸਾਦ ਡਿਠੀ। ਕਿਉਂਕਿ ਇਸ ਮਾਇਆ ਨੇ ਸਾਰੇ ਜਗਤ ਨੂੰ ਮੋਹ ਦਾ ਡੰਗ ਮਾਰਿਆ ਹੋਇਆ ਹੈ, ਸਭ ਨੂੰ ਡਸ ਲਿਆ, ਇਸ ਨੇ ਡੰਗ ਮਾਰਿਆ ਹੋਇਆ ਹੈ। ਕਿਉਂਕਿ ਮਾਇਆ ਐਸੀ ਮੋਹਿਨੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਜਿਤਨੇ ਜੀਵ ਨੇ ਸਾਰਿਆਂ ਦੇ ਉੱਤੇ ਪ੍ਰਭਾਵ ਪਾਇਆ ਹੋਇਆ ਹੈ, ਸਾਰੇ ਜਗਤ ਨੂੰ ਇਹ ਡੰਗ ਮਾਰਦੀ ਹੈ। ਇਹ ਗੱਲ ਵੱਖਰੀ ਹੈ ਕਿ ਇਹਦੇ ਦੰਦ ਦਿਖਾਈ ਨਹੀਂ ਦਿੰਦੇ ਜਦੋਂ ਇਹ ਡੰਗ ਮਾਰਦੀ ਹੈ। ਇਹਨੂੰ ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਇਹ ਜਗਤ ਨੂੰ ਖਾ ਰਹੀ ਹੈ, ਦੰਦ ਜਿਹੜੇ ਮਾਰ ਰਹੀ ਹੈ, ਡੰਗ ਜਿਹੜਾ ਮਾਰ ਰਹੀ ਹੈ, ਉਹ ਦਿਖਾਈ ਤਾਂ ਨਹੀਂ ਦੇ ਰਹੇ, ਪਰ ਮਨੁੱਖ ਨੂੰ ਇਹ ਡੰਗ ਮਾਰਦੀ ਹੈ, ਮਨੁੱਖ ਦੇ ਉੱਤੇ ਆਪਣਾ ਪ੍ਰਭਾਵ ਪਾਉਂਦੀ ਹੈ। ਅਤੇ ਜਿਨ ਤ੍ਰਿਭਵਨ ਦਸੀਅਲੇ, ਭਗਤ ਕਬੀਰ ਸਾਹਿਬ ਕਹਿੰਦੇ ਜਿਸ ਮਾਇਆ ਨੇ ਸਾਰੇ ਜਗਤ ਨੂੰ ਮੋਹ ਦਾ ਡੰਗ ਮਾਰਿਆ ਹੋਇਆ। ਮੋਹ ਦਾ ਅਰਥ ਹੈ ਮੇਰਾ, ਜਿਹਦੇ ਨਾਲ ਸਨੇਹ ਲੱਗਿਆ ਹੋਇਆ ਹੈ। ਮੇਰਾ ਪਰਿਵਾਰ, ਮੇਰਾ ਘਰ, ਮੇਰੀ ਵਿਦਿਆ, ਮੇਰਾ ਗਿਆਨ, ਜੋ ਵੀ ਮੇਰੇ ਨਾਲ ਜੁੜ ਜਾਂਦਾ ਹੈ ਉਹ ਮੈਨੂੰ ਬੜਾ ਪਿਆਰਾ ਲੱਗਦਾ ਹੈ, ਬੜਾ ਚੰਗਾ ਲੱਗਦਾ ਹੈ। ਔਰ ਇਸ
ਮੇਰੇ ਨੇ ਹੀ ਮੈਨੂੰ ਡੰਗਿਆ ਹੋਇਆ ਹੈ। ਔਰ ਮੈਨੂੰ ਹੀ ਨਹੀਂ, ਕਬੀਰ ਸਾਹਿਬ ਕਹਿੰਦੇ ਤਿੰਨੇ ਭਵਨਾਂ ਦੇ ਲੋਕਾਂ ਨੂੰ, ਸਾਰੇ ਜਗਤ ਨੂੰ ਇਸ ਨੇ ਡੰਗ ਮਾਰਿਆ ਹੋਇਆ। ਪਰ ਕਹਿੰਦੇ ਗੁਰ ਪ੍ਰਸਾਦ ਡਿਠੀ, ਸਤਸੰਗਤ ਵਿੱਚ ਗੁਰੂ ਦੀ ਕਿਰਪਾ ਨਾਲ ਇਸ ਦੀ ਜਿਹੜੀ ਅਸਲੀਅਤ ਹੈ ਉਹ ਦਿਸ ਪੈਂਦੀ ਹੈ। ਕਿਉਂਕਿ ਜਦੋਂ ਆਪਾਂ ਸਤਸੰਗਤ ਵਿੱਚ ਆਵਾਂਗੇ ਤਾਂ ਗੁਰੂ ਸਾਹਿਬ ਇਸ ਮਾਇਆ ਦੀ ਅਸਲੀਅਤ ਬਾਰੇ ਦੱਸਣਗੇ। ਇਹ ਮਾਇਆ ਦੀ ਅਸਲੀਅਤ ਹੀ ਦੱਸੀਏ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਹ ਮਾਇਆ ਦੀ ਅਸਲੀਅਤ ਹੀ ਹੈ। ਮਾਇਆ ਬਾਰੇ ਇਹ ਦੱਸ ਦੇਣਾ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਘੇਰੈ, ਵਿਪਦ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਇਹ ਮਾਇਆ ਦੀ ਅਸਲੀਅਤ ਹੀ ਤਾਂ ਦੱਸੀ ਹੈ ਗੁਰੂ ਸਾਹਿਬ ਜੀ ਨੇ। ਮਾਇਆ ਬਾਰੇ ਤੇ ਸਮਝਾਇਆ ਹੈ, ਕਹਿੰਦੇ ਜਿਚਰ ਪੈਨਨ ਖਾਵਣੇ, ਤਿਚਨ ਰੱਖਣ ਗੰਢ। ਇਹ ਮਾਇਆ ਦੀ ਅਸਲੀਅਤ ਹੀ ਹੈ। ਤੇਰੇ ਕੋਲ ਖਾਣ ਪੀਣ ਵਾਸਤੇ ਤੂੰ ਖਿਲਾ ਰਿਹਾ, ਪਿਲਾ ਰਿਹਾ, ਤੇਰੇ ਨਾਲ ਸੰਬੰਧ ਬਣਿਆ, ਪਰ ਜਿਸ ਦਿਨ ਕਛੂ ਨਾ ਹੋਵੇ ਤੇ ਦਿਨ ਬੋਲਣ ਗੰਧ। ਜਿਸ ਦਿਨ ਤੇਰੇ ਕੋਲ ਖਿਲਾਉਣ ਵਾਸਤੇ, ਕਿਸੇ ਨੂੰ ਦੇਣ ਵਾਸਤੇ ਨਹੀਂ ਹੋਏਗਾ, ਉਹਨਾਂ ਨੇ ਤੈਨੂੰ ਗਾਲਾਂ ਕੱਢਣੀਆਂ। ਇਹ ਮਾਇਆ ਦਾ ਸਰੂਪ ਹੈ। ਮਿੱਤਰਤਾ ਕਦੋਂ ਤੱਕ ਹੈ? ਮਾਇਆ ਦਾ ਪ੍ਰਭਾਵ ਹੈ। ਜਦੋਂ ਤੂੰ ਕੁਝ ਦੇ ਰਿਹਾ, ਤੂੰ ਚੰਗਾ ਲੱਗ ਰਿਹਾ, ਜਿਸ ਦਿਨ ਤੂੰ ਹੱਥ ਖੜੇ ਕਰ ਦਿੱਤੇ, ਉਸ ਦਿਨ ਹੀ ਦੇਖਣਾ ਕਿ ਜਿਹੜੇ ਤੈਨੂੰ ਸ਼ਾਬਾਸ਼ੀ ਦਿੰਦੇ ਸਨ, ਤੇਰੀ ਵਡਿਆਈ ਕਰਦੇ ਸਨ, ਤੈਨੂੰ ਗਾਲਾਂ ਕੱਢਣਗੇ। ਤੂੰ ਤੇ ਕੰਗਲਾ ਹੋ ਗਿਆ, ਤੁਸੀਂ ਤੇ ਕਿਸੇ ਜੋਗਾ ਨਹੀਂ ਰਿਹਾ। ਬਸ ਇਹ ਜਗਤ ਦੀ ਅਸਲੀਅਤ ਹੈ। ਗੁਰਬਾਣੀ ਜਦੋਂ ਕੋਈ ਸਤਸੰਗਤ ਵਿੱਚ ਆਉਂਦਾ ਹੈ, ਗੁਰੂ ਦੇ ਚਰਨਾਂ 'ਚ ਬਹਿੰਦਾ ਹੈ, ਤੇ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਸਿੱਖ ਦੇ ਉੱਤੇ। ਤੇ ਮਹਾਰਾਜ ਕਹਿੰਦੇ ਇਸ ਅਸਲੀਅਤ ਦੇ ਬਾਰੇ ਗੁਰੂ ਸਾਹਿਬ ਫਿਰ ਦੱਸ ਦਿੰਦੇ ਨੇ। ਤੇ ਅਸੀਂ ਇਸ ਅਸਲੀਅਤ ਜਿਹੜੀ ਮਾਇਆ ਦੀ ਉਹ ਦਿਸ ਪੈਂਦੀ ਸਾਨੂੰ, ਕਿ ਮਾਇਆ ਕਿੱਦਾਂ ਪ੍ਰਭਾਵ ਪਾਉਂਦੀ ਹੈ, ਮਾਇਆ ਕਿੱਦਾਂ ਮਨੁੱਖਤਾ ਨੂੰ ਡੰਗਦੀ ਹੈ, ਮਾਇਆ ਦਾ ਪ੍ਰਭਾਵ ਕੀ ਹੈ। ਫਿਰ ਅੱਗੇ ਸਮਝਾਉਣ ਲੱਗੇ, ਸਰਪਣੀ ਤੇ ਉਪਰ ਨਹੀਂ ਬਲਿਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਭਗਤ ਕਬੀਰ ਸਾਹਿਬ ਜੀ ਆਖਣ ਲੱਗੇ, ਇਸ ਮਾਇਆ ਨੇ ਬ੍ਰਹਮਾ ਜੀ, ਵਿਸ਼ਨੂੰ ਜੀ ਤੇ ਸ਼ਿਵ ਜੀ ਵਰਗੇ ਵੱਡੇ ਦੇਵਤੇ ਵੀ ਛਲ ਲਏ ਹਨ। ਉਸ ਮਾਇਆ ਤੋਂ ਵਧੀਕ ਬਲ ਵਾਲਾ ਇਸ ਜਗਤ ਵਿੱਚ ਹੋਰ ਕੋਈ ਨਹੀਂ ਹੈ। ਐਡੇ ਵੱਡੇ ਵੱਡੇ ਦੇਵਤੇ ਛਲ ਲਏ, ਇਤਨੀ ਬੰਦਗੀ ਕਰਨ ਵਾਲੇ, ਸਮਾਧੀਆਂ ਲਾਉਣ ਵਾਲੇ, ਇਸ ਮਾਇਆ ਨੇ ਉਹਨਾਂ ਨੂੰ ਛਲ ਲਿਆ। ਕਿਉਂਕਿ ਇਸ ਮਾਇਆ ਤੋਂ ਵਧੀਕ ਹੋਰ ਕੋਈ ਐਸਾ ਬਲ ਵਾਲਾ ਨਹੀਂ ਹੈ। ਰੱਬ ਨੂੰ ਛੱਡ ਦਈਏ ਨਾ, ਤੇ ਜਦੋਂ ਰੱਬ ਤੋਂ ਬਾਅਦ ਕਿਤੇ ਮਾਇਆ ਦੀ ਗੱਲ ਕਰੀਏ ਤੇ ਮਾਇਆ ਤੋਂ ਵਧੀਕ ਹੋਰ ਕੋਈ ਬਲਸ਼ਾਲੀ ਨਹੀਂ ਹੈ। ਇਹ ਮਾਇਆ ਐਸੀ ਬਲਵਾਨ ਹੈ ਜਿਸ ਨੇ ਕਿ ਐਡੇ ਵੱਡੇ ਵੱਡੇ ਦੇਵਤਿਆਂ ਨੂੰ ਛਲ ਲਿਆ। ਇਹ ਛਲਦੀ ਹੈ, ਇਹ ਆਪਣਾ ਪ੍ਰਭਾਵ ਪਾਉਂਦੀ ਹੈ। ਇਸ ਵਿੱਚੋਂ ਨਿਕਲਣਾ, ਇਸ ਮਾਇਆ ਵਿੱਚੋਂ ਕੋਈ ਸੌਖਾ ਕੰਮ ਨਹੀਂ ਹੈ। ਕਿਉਂਕਿ ਮਾਇਆ ਕਈ ਰੂਪਾਂ ਦੇ ਵਿੱਚ ਆ ਕੇ ਮਨੁੱਖ ਦੇ ਉੱਤੇ ਪ੍ਰਭਾਵ ਪਾਉਂਦੀ ਹੈ। ਜਿਹਨੂੰ ਮਹਾਰਾਜ ਕਹਿੰਦੇ, ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ, ਰਾਖ ਲਿਹੋ ਇਹ ਵਿਖਈ ਜੀਓ, ਦੇਹੋ ਆਪਣਾ ਨਾਉ। ਤੇ ਮਹਾਰਾਜ ਆਖਦੇ ਨੇ, ਜਾਤੇ ਨਾਹੀ ਕੋ ਸੁਖੀ, ਤਾਕੈ ਪਾਛੈ ਜਾਉ। ਜਿਸ ਤੋਂ ਅਜੇ ਤੱਕ ਕੋਈ ਸੁਖੀ ਨਹੀਂ ਹੋਇਆ, ਮੈਂ ਵੀ ਇਸ ਮਾਇਆ ਦੇ ਪਿੱਛੇ ਪਿੱਛੇ ਜਾ ਰਿਹਾ ਹਾਂ। ਇਸ ਤੋਂ ਕੋਈ ਸੁਖੀ ਨਹੀਂ ਹੋਇਆ। ਜਾਤੇ ਨਾਹੀ ਕੋ ਸੁਖੀ, ਤਾਕੈ ਪਾਛੈ ਜਾਉ। ਤੇ ਹੋਰ ਮੈਂ ਕਰ ਕੇ ਰਿਹਾ, ਤੇ ਇਸ ਦੇ ਪਿੱਛੇ ਪਿੱਛੇ ਦੌੜ ਰਿਹਾ ਹਾਂ, ਤੇ ਇਸ ਨੂੰ ਇਕੱਠੀ ਕਰਨ ਦੇ ਯਤਨ ਕਰ ਰਿਹਾ ਹਾਂ। ਆਪਣਾ ਮੋਹਿਤਾ, ਆਪਣੀ ਮਮਤਾ ਮੈਂ ਵਧਾ ਰਿਹਾ ਹਾਂ। ਔਰ ਮੈਂ ਇੱਕ ਬੇਨਤੀ ਕਰਾਂ, ਗੁਸਤਾਖੀ ਮਾਫ ਕਰਨਾ, ਅੱਜ ਸਮਾਜ ਦੇ ਜੋ ਹਾਲਾਤ ਦੇਖਣ ਨੂੰ ਮਿਲ ਰਹੇ ਨੇ,
ਇਹ ਸਾਡੇ ਮੋਹ ਤੇ ਕਰਕੇ ਹੀ ਹੈ, ਮਮਤਾ ਕਰਕੇ ਹੀ ਹੈ ਕਿ ਜਦੋਂ ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਬਾਗੀ ਹੋ ਕੇ ਇੱਕ ਮਮਤਾ ਜਾਲ ਦੇ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਅੱਜ ਦੀ ਬਹੁਤ ਵੱਡੀਆਂ ਪ੍ਰੋਬਲਮਾਂ ਨੇ ਸਮਾਜ ਦੇ ਅੰਦਰ ਕਿ ਅਸੀਂ ਦੇਖਦੇ ਹਾਂ ਕਿਤੇ ਮਾਂ ਆਪਣੀ ਧੀ ਨੂੰ ਕਹਿੰਦੀ ਹੈ, ਤੂੰ ਕਿਉਂ ਡਰਦੀ ਕਿਸੇ ਕੋਲੋਂ। ਉਸ ਨੂੰ ਸਮਝਾਉਣ ਦੀ ਥਾਂ 'ਤੇ, ਕੋਈ ਰਸਤਾ ਦਿਖਾਉਣ ਦੀ ਥਾਂ 'ਤੇ ਉਹ ਆਪਣੀ ਧੀ ਨੂੰ ਗਲਤ ਗਾਈਡ ਕਰਦੀ ਹੈ। ਇੱਕ ਮਾਂ ਆਪਣੇ ਪੁੱਤ ਨੂੰ ਗਲਤ ਗਾਈਡ ਕਰਦੀ, ਉਹਨੂੰ ਰਸਤਾ ਦਿਖਾਉਣ ਦੀ ਥਾਂ 'ਤੇ ਉਹਨੂੰ ਸਹੀ ਗਾਈਡ ਨਹੀਂ ਕਰ ਰਹੀ। ਤੂੰ ਤੇ ਲੜਕਾ ਹੈ ਅਤੇ ਲੜਕੇ ਹੋ ਕੇ ਤੂੰ ਕਿਸੇ ਦੀ ਧੀ ਤੋਂ ਕਿਉਂ ਡਰਦਾ। ਅੱਜ ਸਮਾਜ ਦੀਆਂ ਬਹੁਤ ਵੱਡੀਆਂ ਪ੍ਰੋਬਲਮਾਂ ਨੇ। ਜਦੋਂ ਦਾਸ ਕਿਤੇ ਵਿਚਰਦਾ, ਸਮਾਜ 'ਚ ਜਾਂਦਾ ਹੈ, ਕੋਈ ਘਰ ਬਚਿਆ ਇਹਨਾਂ ਪ੍ਰੋਬਲਮਾਂ ਤੋਂ। ਹਰ ਇੱਕ ਬੰਦਾ ਗੱਲ ਸਾਂਝੀ ਕਰਦਾ ਵੀ ਕੀ ਕਰੀਏ। ਕਿਤੇ ਮਾਂ ਆਪਣੀ ਧੀ ਨੂੰ ਕਹਿ ਰਹੀ ਹੈ ਤੂੰ ਛੱਡ ਕੇ ਆ ਜਾ, ਕਿਤੇ ਪੁੱਤਰ ਨੂੰ ਮਾਂ ਕਹਿ ਰਹੀ ਹੈ ਛੱਡ ਦੇ ਤੂੰ। ਇਹ ਕੀ ਹੈ? ਇਹ ਮਾਇਆ ਦਾ ਮਮਤਾ ਜਾਲ ਨਹੀਂ ਤੇ ਹੋਰ ਕੀ ਹੈ। ਅਸੀਂ ਇਹਨਾਂ ਚੀਜ਼ਾਂ ਨੂੰ, ਰਿਸ਼ਤਿਆਂ ਨੂੰ ਵੀ ਅੱਜ ਨਹੀਂ ਬਖਸ਼ ਰਹੇ। ਜਿਹੜੇ ਰਿਸ਼ਤੇ ਸਾਡੇ ਸਮਝਾਉਣ ਵਾਲੇ ਸਨ, ਜਿਨ੍ਹਾਂ ਰਿਸ਼ਤਿਆਂ ਨੂੰ ਸਾਡੀ ਸਪੋਰਟ ਦੀ ਲੋੜ ਸੀ, ਉਹਨਾਂ ਨੂੰ ਆਪ ਹੀ ਅਸੀਂ ਤੋੜਦੇ ਪਏ ਹਾਂ। ਅਤੇ ਹਰ ਇੱਕ ਦੇ ਘਰ ਦਾ ਇਹ ਦੁੱਖ ਬਣ ਚੁੱਕਿਆ ਹੈ। ਕੋਈ ਵਿਰਲਾ ਘਰ ਵਿੱਚ ਜਿੱਥੇ ਇਹ ਦੁੱਖ ਨਹੀਂ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਇਹ ਮਾਇਆ ਤਾਂ ਭਾਈ ਬੜੀ ਵੱਡੀ ਹੈ। ਇਹ ਮਾਇਆ ਜਿਹੜੀ ਹੈ ਉਹ ਬੜੀ ਪ੍ਰਬਲ ਹੈ। ਇਸ ਤੋਂ ਵਧੇਕ ਬਲ ਵਾਲਾ ਹੋਰ ਕੌਣ ਹੋ ਸਕਦਾ ਹੈ। ਇਹ ਆਮ ਬੰਦਿਆਂ ਨੂੰ ਤੇ ਛੱਡੋ, ਇਹ ਤਾਂ ਵੱਡੇ ਵੱਡੇ ਬ੍ਰਹਮਾ ਜੀ ਵਰਗੇ, ਵਿਸ਼ਨੂੰ ਜੀ ਵਰਗੇ, ਸ਼ਿਵ ਜੀ ਵਰਗੇ ਦੇਵਤਿਆਂ ਨੂੰ ਵੀ ਇਸ ਨੇ ਛਲ ਲਿਆ ਹੈ। ਉਹਨਾਂ ਨੂੰ ਵੀ ਛਲ ਲਿਆ ਹੈ। ਫਿਰ ਕਹਿਣ ਲੱਗੇ, ਕਹਿੰਦੇ ਸਰਪਨੀ ਸਰਪਨੀ ਕਿਆ ਕਹੋ ਭਾਈ, ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ। ਆਖਣ ਲੱਗੇ ਸੋ ਹੈ ਭਾਈ, ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਵੀ ਨਹੀਂ। ਐਵੇਂ ਹਰ ਵੇਲੇ ਕਰਦਾ ਰਹਿੰਦਾ ਅਤੇ ਇਹ ਤਾਂ ਜੀ ਬੜੀ ਭਿਆਨਕ ਹੈ, ਇਹ ਤਾਂ ਛੱਡਦੀ ਨਹੀਂ। ਦੇਖੋ ਇਹ ਗੱਲ ਕਹਿਣ ਦੇ ਨਾਲ ਕੁਛ ਨਹੀਂ ਹੋਣੇ ਦਾ ਵੀ ਮਾਇਆ ਦਾ ਬੜਾ ਪ੍ਰਭਾਵ ਹੈ, ਕੀ ਕਰੀਏ, ਮਾਇਆ ਦਾ ਜੀ ਬੜਾ ਜ਼ੋਰ ਹੈ। ਇਹ ਗੱਲਾਂ ਕਹਿਣ ਨਾਲ ਸਮਾਧਾਨ ਨਹੀਂ ਕੋਈ ਵੀ। ਇਕੱਲਾ ਕਹੀ ਜਾਈਏ ਨਾ ਵੀ ਮਾਇਆ ਬੜੀ ਪ੍ਰਬਲ ਹੈ ਜੀ, ਮਾਇਆ ਨੇ ਸਭ ਕੁਝ ਕੀਤਾ ਹੋਇਆ, ਇਹਦਾ ਸਮਾਧਾਨ ਲੱਭਣਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਵੀ ਨਹੀਂ। ਸਰਪਣੀ ਸਰਪਣੀ ਕਿਆ ਕਹੋ ਭਾਈ, ਕੀ ਕਹੀ ਜਾਂਦਾ। ਜਿਵੇਂ ਅੱਜ ਕਿਸੇ ਨਾਲ ਗੱਲ ਕਰੀਏ, ਕੀ ਕਰੀਏ ਜੀ, ਮਾਇਆ ਦਾ ਪ੍ਰਭਾਵ ਹੈ ਜੀ, ਕੀ ਕਰੀਏ, ਤਾਂ ਸਭ ਮਾਇਆ ਕਰਕੇ ਹੀ ਹੋ ਰਿਹਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਇਸ ਮਾਇਆ ਤੋਂ ਇਤਨੀ ਡਰਨ ਦੀ ਲੋੜ ਵੀ ਨਹੀਂ ਹੈ, ਜਿੰਨਾ ਕਿ ਅਸੀਂ ਇਹਦਾ ਹਊਆ ਪੈਦਾ ਕੀਤਾ ਹੋਇਆ। ਜਦੋਂ ਗੁਰੂ ਨਾਨਕ ਪਾਤਸ਼ਾਹ ਮਥੁਰਾ ਵਿੱਚ ਜਾਂਦੇ ਨੇ ਅਤੇ ਉੱਥੇ ਜਿਹੜੇ ਪਾਂਡੇ ਸਨ, ਧਾਰਮਿਕ ਲੋਕ ਬੈਠੇ ਸਨ, ਉਹਨਾਂ ਦਾ ਜੀਵਨ ਵਿਵਚਾਰੀ ਹੋ ਗਿਆ ਸੀ। ਜਦੋਂ ਬਾਬਾ ਨਾਨਕ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ, ਉਹਨਾਂ ਨੇ ਕਿਹਾ ਵੀ ਸਾਡੀ ਕੋਈ ਗਲਤੀ ਨਹੀਂ, ਕਲਯੁਗ ਦਾ ਪ੍ਰਭਾਵ ਹੈ, ਅਸੀਂ ਆਪਣੀ ਥਾਂ 'ਤੇ ਠੀਕ ਹਾਂ, ਕਲਯੁਗ ਨੇ ਪ੍ਰਭਾਵ ਪਾਇਆ ਹੋਇਆ। ਉੱਥੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਸ਼ਬਦ ਉਚਾਰਨ ਕਰਨਾ ਪਿਆ। ਕਹਿੰਦੇ ਨੇ ਸੋਈ ਦਿਨਸ ਸੇ ਤਾਰੇ, ਸੋਈ ਦਿਵਸ ਉਹੀ ਦਿਨ ਹੈ, ਚੰਦਰਮਾ ਤਾਰੇ ਸੂਰਜ ਉਹੀ ਗੜਦੇ ਸੇ ਸੰਸਾਰ ਦੇ ਵਿੱਚ। ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨਯਰ ਤਪਤ ਰਹਿ, ਜੁਗ ਜੀ ਖੇਲੇ ਥਾਉ ਕੈਸੇ, ਜੀਵਨ ਤਲਬ ਨਿਵਾਰ, ਹੋਮੈ ਗਿਆਨਾ ਕਰੈ ਪ੍ਰਵਾਨਾ, ਕਲ ਲਖਣ ਵਿਚਾਰ, ਕਿਸੇ ਦੇਸ ਨਾ ਆਇਆ ਸੁਣਿਆ, ਤੀਰਥ ਪਾਸ ਨਾ ਬੈਠਾ। ਮਰ ਕਹਿੰਦੇ ਮੈਂ ਤਾਂ ਦੇਖਿਆ ਨਹੀਂ ਵੀ ਕਲਯੁਗ ਕਿਸੇ ਤੀਰਥ ਦੇ ਉੱਤੇ ਬੈਠਾ ਹੋਵੇ, ਨਾ ਇਹ ਸੁਣਿਆ ਵੀ ਕਿਸੇ ਦੇਸ਼ ਤੋਂ ਕਲਯੁਗ ਆ ਗਿਆ, ਸਾਡੇ ਦੇਸ਼ 'ਚ ਆ ਗਿਆ। ਆਪਾਂ ਕਹਿੰਦੇ ਨਾ ਵੀ ਬਾਹਰ ਦਾ ਪ੍ਰਭਾਵ ਪੈ ਗਿਆ ਜੀ, ਉੱਧਰੋਂ ਬਾਹਰੋਂ ਪ੍ਰਭਾਵ ਆ ਗਿਆ। ਪੱਛਮੀ ਸੱਭਿਅਤਾ ਅਪਣਾ ਲਈ ਅਸੀਂ, ਕਿਉਂ ਅਪਣਾਈ? ਭਗਤ ਕਬੀਰ ਸਾਹਿਬ ਕਹਿੰਦੇ ਭਾਈ ਇਸ ਮਾਇਆ ਤੋਂ ਇਤਨੀ ਡਰਨ ਦੀ ਲੋੜ ਨਹੀਂ। ਕਹਿੰਦੇ ਮਹਾਰਾਜ ਕਿਉਂ ਡਰਨ ਦੀ ਲੋੜ ਨਹੀਂ, ਇਹ ਤਾਂ ਸਾਰਾ ਜਗਤ ਡਰੀ ਬੈਠਾ ਹੈ, ਮਾਇਆ ਦਾ ਡਰ ਇਤਨਾ ਹੈ।
ਮਹਾਰਾਜ ਕਹਿੰਦੇ ਸਰਪਣੀ ਸਰਪਣੀ ਕਹਿਣ ਦੀ ਲੋੜ ਨਹੀਂ। ਇੱਕ ਇੱਥੇ ਪੰਕਤੀ ਤੁਹਾਡੇ ਨਾਲ ਸਾਂਝੀ ਕਰਾਂ। ਜਿਵੇਂ ਅਸੀਂ ਕਹਿੰਦੇ ਮਾਇਆ 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 ਬੜਾ ਪ੍ਰਭਾਵ ਪਾ ਰਹੀ ਹੈ ਅੱਜ, ਅਤੇ ਕਹਿਣ ਨਾਲ ਕੀ ਹੋ ਜਾਣਾ। ਇੱਕ ਭਾਈ ਗੁਰਦਾਸ ਜੀ ਨੇ ਪੰਕਤੀ ਵਰਤੀ, ਕਹਿੰਦੇ ਰਾਤ ਹਨੇਰੀ ਮੈਂ ਦੀਪਕ ਦੀਪਕ ਕਹਿ ਮਿਟੈ ਨਾ ਤਿਮਰ ਜੋਲੋ ਨਾ ਜਗਾਈਐ। ਰਾਤ ਦਾ ਹਨੇਰਾ ਹੋਵੇ, ਸਾਰਾ ਟੱਬਰ ਕਹੀ ਜਾਵੇ ਦੀਵਾ ਦੀਵਾ, ਕੀ ਦੀਵਾ ਦੀਵਾ ਕਹਿਣ ਦੇ ਨਾਲ ਹਨੇਰਾ ਮਿਟ ਜਾਣਾ। ਕੇਵਲ ਇਹੀ ਕਹੀ ਜਾਣਾ ਵੀ ਮਾਇਆ ਬੜਾ ਪ੍ਰਭਾਵ ਪਾ ਕੇ ਰੱਖਦੀ ਹੈ, ਮਾਇਆ ਦਾ ਪ੍ਰਭਾਵ ਹੈ, ਇਹਦੇ ਨਾਲ ਕੀ ਹੋ ਜਾਣਾ। ਜੈਸੇ ਰਾਤ ਹਨੇਰੀ ਮੈਂ ਦੀਪਕ ਦੀਪਕ ਕਹਿ ਮਿਟੈ ਨਾ ਤਿਮਰ ਜੋਲੋ ਨਾ ਜਗਾਈਐ। ਰਾਤ ਦਾ ਹਨੇਰਾ ਬਿਨਾਂ ਜਗਾਇਆ ਨਹੀਂ ਮਿਟਣਾ। ਜਿੰਨਾ ਚਿਰ ਦੀਵਾ ਦੀਵਾ ਕਹੀ ਜਾਈਏ ਅਤੇ ਦੀਵੇ ਨੂੰ ਜਗਾਈਏ ਨਾ, ਅਤੇ ਹਨੇਰਾ ਕਿਵੇਂ ਮਿਟੇ। ਇਕੱਲੀ ਮਾਇਆ ਮਾਇਆ ਕਹੀ ਜਾਈਏ, ਇਸ ਦਾ ਪ੍ਰਭਾਵ ਕਿਵੇਂ ਦੂਰ ਹੋਵੇ। ਇਹ ਸਿਰਫ ਕਹਿਣ ਦੀ ਗੱਲ ਨਹੀਂ। ਕਿਉਂ ਕਹਿੰਦੇ ਹੋ ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨ ਸਾਚ ਪਹਿਚਾਣਿਆ ਤਿਨ ਸਰਪਣੀ ਖਾਈ। ਗੁਰੂ ਮਹਾਰਾਜ ਆਖਣ ਲੱਗੇ, ਜਿਸ ਮਨੁੱਖ ਨੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ ਪਛਾਣ ਪਾ ਲਈ, ਸੱਚ ਨੂੰ ਪਹਿਚਾਣ ਲਿਆ, ਉਸ ਮਨੁੱਖ ਨੇ ਇਸ ਮਾਇਆ ਨੂੰ ਆਪਣੇ ਵਸ ਵਿੱਚ ਕਰ ਲਿਆ, ਇਸ ਸਰਪਣੀ ਨੂੰ ਹੀ ਖਾ ਲਿਆ। ਭਾਵ ਕਿ ਇਸ ਨੂੰ ਆਪਣੇ ਵਸ ਵਿੱਚ ਕਰ ਲਿਆ, ਇਸ ਨੂੰ ਕਾਬੂ ਵਿੱਚ ਕਰ ਲਿਆ। ਫਿਰ ਮੈਂ ਬੇਨਤੀ ਕਰਾਂ, ਕੇਵਲ ਕਹਿਣ ਮਾਤਰ ਨਾਲ ਇਹ ਕਾਬੂ ਵਿੱਚ ਨਹੀਂ ਆਉਂਦੀ। ਔਰ ਕੇਵਲ ਕਹਿ ਕੇ ਆਪ ਵੀ ਡਰੀਏ ਅਤੇ ਦੂਜਿਆਂ ਨੂੰ ਵੀ ਡਰਾਈ ਜਾਈਏ। ਲੋੜ ਹੈ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਸੱਚ ਨੂੰ ਪਹਿਚਾਨਣ ਦੀ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਆਪਣੀ ਜਾਣ ਪਛਾਣ ਬਣਾਉਣ ਦੀ, ਰੱਬ ਦੇ ਨਾਲ ਜੁੜਨ ਦੀ। ਕਿਉਂਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਸੀਂ ਜੁੜ ਜਾਵਾਂਗੇ ਤਾਂ ਫਿਰ ਕੀ ਇਹ ਮਾਇਆ ਸਾਡੇ ਵਸ ਵਿੱਚ ਆ ਜਾਵੇਗੀ। ਇਸ ਦਾ ਪ੍ਰਭਾਵ ਉਨਾ ਚਿਰ ਹੀ ਹੈ ਜਿੰਨਾ ਚਿਰ ਸਾਡੇ ਜੀਵਨ ਵਿੱਚ ਉਸ ਪਰਮਾਤਮਾ ਦੇ ਨਾਲ ਸਾਡਾ ਸੰਬੰਧ ਨਹੀਂ ਬਣਿਆ। ਜਿੰਨਾ ਉਸਦੇ ਨਾਲ ਸੰਬੰਧ ਬਣ ਗਿਆ, ਉਸ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਬਣ ਗਈ, ਉਸ ਦਿਨ ਫਿਰ ਇਹ ਮਾਇਆ ਆਪਣੇ ਆਪ ਵਸ ਵਿੱਚ ਆ ਜਾਵੇਗੀ। ਜਿਹਨੂੰ ਮਹਾਰਾਜ ਕਹਿੰਦੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਇੱਕ ਬੰਦਾ ਕਹਿ ਰਿਹਾ ਮਾਇਆ ਸਿਰ 'ਤੇ ਬੈਠੀ ਹੋਈ ਹੈ, ਇੱਕ ਕਹਿੰਦਾ ਕਿ ਇਹੀ ਮਾਇਆ ਇਹ ਤਾਂ ਮੇਰੇ ਕੰਮ ਸਵਾਰਦੀ ਹੈ। ਜੇ ਚਾਹੁੰਦੇ ਕਿ ਇਹ ਮਾਇਆ ਸਾਡੇ ਕਾਰਜ ਕਰੇ, ਸਾਡੇ ਮੁਤਾਬਿਕ ਚਲੇ, ਅਤੇ ਮੈਂ ਇੱਕ ਬੇਨਤੀ ਕਰਦਾ ਹੁੰਦਾ ਕਿ ਤਰੀਕੇ ਦੋ ਨੇ। ਜੇ ਮਾਇਆ ਨੂੰ ਵਸ ਵਿੱਚ ਕਰਨਾ ਹੈ ਅਤੇ ਸਿੱਖਾ ਆਪਣੇ ਆਪ ਨੂੰ ਕਿਸੇ ਹੋਰ ਦੇ ਵਸ ਕਰਨਾ ਪੈਣਾ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਜੇ ਤੂੰ ਮਾਇਆ ਨੂੰ ਵਸ ਕਰਨਾ ਅਤੇ ਤੂੰ ਪਰਮਾਤਮਾ ਨੂੰ ਆਪਾ ਭਾਵ ਸੌਂਪ ਦੇ। ਤੂੰ ਕਹਿ ਰੱਬ ਮੈਂ ਤੇਰੇ ਵਸ ਵਿੱਚ ਹੋਣਾ ਚਾਹੁੰਦਾ, ਮੈਂ ਤੇਰੇ ਕੰਟਰੋਲ 'ਚ ਰਹਿਣਾ ਚਾਹੁੰਦਾ, ਮੈਂ ਤੇਰੀ ਰਜ਼ਾ ਵਿੱਚ ਰਹਿਣਾ ਚਾਹੁੰਦਾ, ਤੇਰੇ ਹੁਕਮ ਵਿੱਚ ਰਹਿਣਾ ਚਾਹੁੰਦਾ। ਅਤੇ ਜਦੋਂ ਕੋਈ ਆਪਣੇ ਆਪ ਨੂੰ ਗੁਰੂ ਅੱਗੇ ਅਰਪਣ ਕਰ ਦੇਗਾ, ਪਰਮਾਤਮਾ ਦੇ ਅੱਗੇ ਆਪਣੇ ਆਪ ਨੂੰ ਕੋਈ ਸੌਂਪ ਦੇਗਾ, ਜਾਂ ਇਸ ਤਰ੍ਹਾਂ ਕਹਿ ਲਵਾਂ ਜਿਹੜਾ ਰੱਬ ਦੇ ਅਧੀਨ ਹੋ ਜਾਵੇਗਾ, ਇਹ ਮਾਇਆ ਉਸ ਮਨੁੱਖ ਦੇ ਅਧੀਨ ਹੋ ਜਾਵੇਗੀ। ਇਹ ਗੱਲ ਜੀਵਨ 'ਚ ਯਾਦ ਰੱਖਣਾ। ਜਿਹੜੇ ਲੋਕ ਹੁਕਮ ਮੰਨਦੇ ਨੇ ਉਹੀ ਹੁਕਮ ਮਨਵਾ ਸਕਦੇ ਨੇ। ਜਿਹੜੇ ਹੁਕਮ ਨਹੀਂ ਮੰਨਦੇ ਉਹ ਕਿਸੇ ਨੂੰ ਹੁਕਮ ਮਨਵਾ ਵੀ ਨਹੀਂ ਸਕਦੇ। ਜਿਨ੍ਹਾਂ ਬੱਚਿਆਂ ਨੇ ਆਪਣੇ ਟੀਚਰ ਦਾ ਹੁਕਮ ਮੰਨਿਆ, ਮਾਤਾ ਪਿਤਾ ਦਾ ਹੁਕਮ ਮੰਨਿਆ, 15-20 ਸਾਲ 25-30 ਸਾਲ ਹੁਕਮ ਮੰਨਦੇ ਰਹੇ, ਉਹਨਾਂ ਦੀ ਇੱਕ ਇੱਕ ਗੱਲ ਦੇ ਉੱਤੇ ਫੁੱਲ ਚੜ੍ਹਾਏ, ਆਪਣੇ ਮਾਂ ਪਿਓ ਦੀ ਆਗਿਆ 'ਚ ਰਹੇ, ਟੀਚਰ ਦੀ ਆਗਿਆ 'ਚ ਰਹੇ, ਅਤੇ ਇੱਕ ਦਿਨ ਉਹ ਐਸੇ ਵੱਡੇ ਅਫਸਰ ਬਣ ਜਾਂਦੇ ਨੇ। ਜਿਨ੍ਹਾਂ ਨੇ ਹੁਕਮ ਮੰਨਿਆ ਉਹ ਜਨਤਾ ਦੇ ਕੋਲੋਂ ਫਿਰ ਆਪਣਾ ਹੁਕਮ ਮਨਵਾਉਂਦੇ ਨੇ, ਪਰ ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਉਹ ਰੋਡਾਂ 'ਤੇ ਰੁੜਦੇ ਰਹਿੰਦੇ ਹਨ। ਉਹ ਕਿਸੇ ਨੂੰ ਆਪਣਾ ਹੁਕਮ ਨਹੀਂ ਮਨਵਾ ਸਕਦੇ। ਹੁਕਮ ਉਹੀ ਮਨਵਾ ਸਕਦੇ ਜਿਹੜੇ ਆਪ ਹੁਕਮ ਮੰਨਦੇ ਨੇ, ਹੁਕਮ ਵਿੱਚ ਰਹਿੰਦੇ ਨੇ। ਇਹ ਖਿਆਲ ਛੱਡ ਦੇਣਾ ਚਾਹੀਦਾ ਹੈ
कि असी अपनी मन मर्जी नाल अगे जा सकते नहीं। अज तक कोई भी अगे गया तो पहला उसने हुक्म नूं मन्निया, अपने वड्डियां दी गल ते फुੱਲ चढ़ाए हैं। बिना हुक्म मन्ने किसी कोलों हुक्म नहीं मनवाया जाता। जे कोई जज बैठा है तो वह 20-25 साल अपने टीचर दीयां गल्लां नूं मनदा रहा है, अपने माता पिता की गल नूं मनदा रहा। जे कोई डॉक्टर है तो वह मनदा रहा है। जे डॉक्टर किसी कहता ये चीज़ां नहीं खाणियां, अपना हुक्म मनवा रहा है तो पहला हुक्म उन्हें मन्निया है। प्यार वालों, जे आपां किसी नूं अपना हुक्म मनवाउणा तो सानू पहला अपना गुरु साहब का हुक्म मनना पैना, परमात्मा के हुक्म विच आना पैना, फिर माया तुहाडे हुक्म च जाएगी। तुसीं अपने आप नूं वाहिगुरू जी के अधीन कर लो तो वाहिगुरू जी फिर कृपा करनगे, ये माया तुहाडे अधीन कर देणगे। यह है जुगत जिहड़ी इस पंक्ति विच कबीर साहब दस रहे ने। आखन लगे कहने जिन साच पछाणिया तिन सरपणी खाई। जिन्हां ने अकाल पुरख वाहिगुरू दे नाल डूंगी सांझ पा लई ना, उस मनुख ने इस माया नूं अपने वस विच कर लिया, इस माया नूं खा लिया। तुसीं जदों टोडी राग दा शब्द पढ़दे हो, महाराज आखदे ने ऐसो गुण मेरो प्रभु जी कीन, पंच दोख अर अंग रोग ए तंते सगल दूर कीन। सारे दूर कर देते। बंधन तोर छोर विख्याते गुर को शब्द मेरे हियर दीन, रूप अनुरूप मोर कछ न विचार्यो, प्रेम गयो मोह हर रंग भीन, पेख्यो लालन पाट बीच खोए, अनद चिता हरखे पतीन। मार कहने तिस ही को ग्रह, ये घर उस परमात्मा का जिहड़ा तैनूं मिलिया होया हिरदा रूपी घर, तिस ही को ग्रह सोई प्रभ नानक। हे नानक, इस घर का मालक वाहिगुरू है, सो ठाकुर तिस ही को तीन। वो ठाकुर है भाई, उसके अधीन हो जा, ये माया तेरे अधीन हो जाएगी, क्योंकि माया तो उस परमात्मा के वस विच ही है ना। फिर अगे कृपा कर रहे ने, कहन लगे सरपणी ते आन छूछ नहीं अबरा, सरपणी जीती कहाँ करे जमरा। आखन लगे प्रभु नाल जान पहचान करन वालियां तो बिना, आखन लगे दुनिया के लोगों, कहते होर कोई जीव इस सपनी ते असर तो बचिया होया नहीं। सरपणी ते आन छूछ नहीं अबरा, क्योंकि प्रभु नाल जान पहचान करन वालिया तो बिना होर कोई ऐसा जीव नहीं जिहड़ा इस सरपणी के असर तो बचिया होया होवे। कोई बचिया होया नहीं है। ਉਹੀ बचे हुए ने जिन्हों ने प्रभु नाल जान पहचान बना ली है, ਜਾਂ ਉਹੀ बचे हुए ने जिन्हों ने वाहिगुरू जी के हुक्म नूं मनना शुरू किया, पूरन तोड़ तो हुक्म विच आ गए, और बच गए। ते कहन लगे भगत कबीर साहब जी, सरपने जीती कहाँ कर वपुरा। कहते ने उन्होंने ने की किया, गुरु की कृपा नाल इस सपनी माया नूं जित लिया, तो हुण जम विचारा भी उसका कुछ बिगाड़ नहीं सकता, जिन्हें गुरु की कृपा नाल इस माया सपनी नूं जित लिया है। साढ़े उस्ताद जी कहते सन, देखो वही सप हुंदा है, आम लोग डरते हैं, पर एक सपेरा है जिसने अपनी जुगत नाल उस सप के दंद तोड़ के विष की थैली नूं उहदे मुख चों कढ़ के ते वो अपने गले विच पाई फिरदा है, लोकां नूं नाच दिखाउंदा है, पैसे इकट्ठे करदा है। उस सप तो असीं डरदे हां, पर उसी सप तो वो लोकां नूं सप दिखा दिखा के जिहड़ा सपेरा है वो इतनी माया इकट्ठी कर लैंदा, अपनी जिंदगी का गुजरान चलांदा है। लोग डरदे ने क्योंकि उहदे कोल जुगत आ गई उस सप दे दंद तोड़न दी, जुगत आ गई उसदी विष दी थैली नूं नष्ट करन दी, उन्होंने जुगत आ गई सप नूं अपनी बीन दे मूरे नचाण दी, अपने मुताबिक चलाण दी। सप उसदी बीन दे अगे अगे नचदा है। इस तरह ये माया भी है, ये साडे इशारे ते चले तो सानू गुरु कोलों ये जुगत सीखनी पैनी है।
ਗੁਰੂ ਮਹਾਰਾਜ ਸਾਨੂੰ ਜੁਗਤ ਦੱਸੋ ਕਿ ਇਸ ਮਾਇਆ ਦੇ ਵਿੱਚ ਰਹਿੰਦੇ ਹੋਏ ਇਹਨੂੰ ਕਿਵੇਂ ਕਾਬੂ 'ਚ ਰੱਖੀਏ। ਜਦੋਂ ਸਪਨੀ ਨੂੰ, ਇਸ ਮਾਇਆ ਨੂੰ ਜਿੱਤ ਲਵਾਂਗੇ ਨਾ, ਤੇ ਜਮ ਵਿਚਾਰਾ ਕੀ ਵਿਗਾੜ ਸਕਦਾ ਹੈ। ਫਿਰ ਕਹਿਣ ਲੱਗੇ ਇਹ ਸਰਪਣੀ ਤਾਕੀ ਕੀਤੀ ਹੋਈ, ਬਲ ਅਬਲ ਕਿਆ ਇਸ ਤੇ ਹੋਈ। ਗੁਰੂ ਮਹਾਰਾਜ ਕਹਿੰਦੇ ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, ਜਿਸ ਨੇ ਸਾਰਾ ਜਗਤ ਰਚਿਆ। ਵਾਹਿਗੁਰੂ ਜੀ ਨੇ, ਪਰਮੇਸ਼ਰ ਨੇ। ਇਹ ਮਾਇਆ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਹੋਈ ਹੈ। ਤਾਕੀ ਕੀਤੀ ਹੋਈ। ਤੇ ਜੇ ਰੱਬ ਨੇ ਮਾਇਆ ਨੂੰ ਬਣਾਇਆ ਤੇ ਇਸ ਦਾ ਕੰਟਰੋਲ ਵੀ ਪਰਮੇਸ਼ਰ ਦੇ ਹੱਥ ਵਿੱਚ ਹੀ ਹੈ। ਇੱਕ ਵਾਰੀ ਉਚਾਰਨ ਕਰੋ, ਸਤਿਨਾਮ। ਜਿਨਨੇ ਇਸ ਨੂੰ ਬਣਾਇਆ, ਜਿਸ ਨੇ ਪੈਦਾ ਕੀਤਾ, ਸਤਿਗੁਰੂ ਕਹਿੰਦੇ ਇਸ ਦਾ ਕੰਟਰੋਲ ਉਸ ਵਾਹਿਗੁਰੂ ਦੇ ਹੱਥ ਵਿੱਚ ਹੈ। ਬਲ ਅਬਲ ਕਿਆ ਇਸ ਤੇ ਹੋਈ। ਕਹਿੰਦੇ ਨੇ ਸੋ ਪ੍ਰਭੂ ਦੇ ਹੁਕਮ ਤੋਂ ਬਿਨਾਂ ਇਸ ਦੇ ਆਪ ਨੇ ਵਸ ਦੀ ਗੱਲ ਨਹੀਂ ਕਿ ਇਹ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਵੇ। ਇਹ ਬੰਦੇ ਦੇ ਵਸ ਦੀ ਨਹੀਂ, ਇਹ ਮਾਇਆ ਦੇ ਹੱਥ ਵਿੱਚ ਵੀ ਨਹੀਂ ਕਿ ਮਾਇਆ ਆਪਣਾ ਜ਼ੋਰ ਕਿਸੇ ਦੇ ਉੱਤੇ ਪਾ ਸਕੇ ਤੇ ਕਿਸੇ ਦੇ ਤੋਂ ਇਹ ਹਾਰ ਖਾ ਜਾਏ। ਇਹ ਇਸ ਦੇ ਬਲ ਵਿੱਚ ਨਹੀਂ, ਇਹ ਤਾਂ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ, ਕਿਉਂਕਿ ਪੈਦਾ ਉਸ ਵਾਹਿਗੁਰੂ ਜੀ ਨੇ ਕੀਤੀ ਹੈ। ਉਸਦੇ ਹੁਕਮ ਤੋਂ ਬਿਨਾਂ ਇਸਦੇ ਆਪ ਨੇ ਵਸ ਦੀ ਕੋਈ ਗੱਲ ਨਹੀਂ ਕਿ ਇਹ ਕਿਸੇ ਉੱਤੇ ਆਪਣਾ ਜ਼ੋਰ ਪਾਵੇ ਮਾਇਆ ਤੇ ਕਿਸੇ ਤੋਂ ਹਾਰ ਖਾ ਜਾਏ। ਇਹ ਇਸ ਮਾਇਆ ਦੇ ਹੱਥ ਵਿੱਚ ਨਹੀਂ, ਇਹ ਤਾਂ ਮਾਇਆ ਪੈਦਾ ਕਰਨ ਵਾਲੇ ਦੇ ਹੱਥ ਵਿੱਚ ਹੈ। ਤੇ ਬੜਾ ਸਪਸ਼ਟ ਹੋ ਗਿਆ ਕਿ ਜੇ ਮਾਇਆ ਨੂੰ ਕਾਬੂ ਕਰਨਾ ਤਾਂ ਸਾਡੇ ਕੀਤਿਆਂ ਕਾਬੂ ਨਹੀਂ ਆਉਣੀ। ਅਸੀਂ ਆਪਣਾ ਆਪ ਪਰਮੇਸ਼ਰ ਦੇ ਅੱਗੇ ਅਰਪਣ ਕਰ ਦਈਏ, ਸੱਚੇ ਪਾਤਸ਼ਾਹ ਇਹ ਤੁਸੀਂ ਕਿਰਪਾ ਕਰੋ, ਇਸ ਮਾਇਆ ਤੋਂ ਮੈਨੂੰ ਬਚਾਵੋ। ਜਿਵੇਂ ਤੁਸੀਂ ਬਚਨ ਪੜ੍ਹਦੇ ਹੋ ਨਾ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਆਪਣੀ ਵਿਧ ਆਪ ਜਨਾਵੋ। हे ਸਤਿਗੁਰੂ ਜੀ, ਆਪਣੀ ਵਿਧ ਆਪ ਹੀ ਸਮਝਾ ਦਿਓ ਮੈਨੂੰ, ਜੋ ਤੌਰ ਤਰੀਕਾ ਨੂੰ ਕਾਬੂ ਕਰਨ ਦਾ, ਕਿਉਂਕਿ ਇਹ ਮਾਇਆ ਤੇਰੇ ਵਸ ਹੈ ਵਾਹਿਗੁਰੂ ਜੀ। ਇਸ ਮਾਇਆ ਦਾ ਜ਼ੋਰ ਨਹੀਂ ਹੈ, ਇਹ ਤੇਰੇ ਹੁਕਮ ਤੋਂ ਬਿਨਾਂ ਕਿਸੇ ਦੇ ਉੱਤੇ ਆਪਣਾ ਜ਼ੋਰ ਪਾ ਸਕੇ, ਕਿਸੇ ਤੋਂ ਹਾਰ ਸਕੇ, ਇਹ ਬੰਦਾ ਨਹੀਂ ਕੁਝ ਕਰ ਸਕਦਾ। ਇਹ ਤੇਰੇ ਹੁਕਮ 'ਚ ਚੱਲਦੀ ਹੈ। ਇਹਦਾ ਅਰਥ ਹੈ ਕਿ ਮਾਇਆ ਜਿਸ ਦੇ ਉੱਤੇ ਪ੍ਰਭਾਵ ਪਾਉਂਦੀ ਹੈ ਉਸਦੇ ਹੁਕਮ ਵਿੱਚ ਹੀ ਹੈ। ਤੇ ਜੇ ਮਾਇਆ ਕਿਸੇ ਦੀ ਦਾਸੀ ਬਣ ਜਾਂਦੀ ਹੈ, ਇਹ ਵੀ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹ ਰੱਬ ਨੇ ਪੈਦਾ ਕੀਤੀ। ਇੱਕ ਸ਼ਬਦ ਤੁਸੀਂ ਆਨੰਦ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹੋ, ਜਦੋਂ ਮਹਾਰਾਜ ਕਹਿੰਦੇ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ, ਹੁਣ ਉਹ ਜਿਹੜੀ ਮਾਇਆ ਦੀ ਉੱਥੇ ਗੱਲ ਕੀਤੀ, ਚਤਰਾਈ ਤੋਂ ਨਹੀਂ ਰੱਬ ਜੀ ਮਿਲਦੇ, ਪਰ ਉਸਨੇ ਮਾਇਆ ਪੈਦਾ ਕੀਤੀ, ਇਹਦੇ ਵਿੱਚੋਂ ਠੱਗੀ ਪਾ ਦਿੱਤੀ। ਤੇ ਮਹਾਰਾਜ ਕਹਿੰਦੇ ਤੂੰ ਠੱਗੀ ਸਹੀ ਪਾਈ ਹੈ, ਚੰਗਾ ਕੀਤਾ ਠੱਗੀ ਪਾ ਦਿੱਤੀ। ਮੂੰਹ ਮਿੱਠਾ ਲਾਇਆ, ਇਹ ਤੂੰ ਚੰਗਾ ਕੀਤਾ। ਮੰਨ ਲਓ ਕਿ ਮਾਇਆ ਦਾ ਇਹ ਮੂੰਹ ਮਿੱਠਾ ਨਾ ਹੁੰਦਾ ਤੇ ਅਸੀਂ ਹੋ ਸਕਦਾ ਸੀ ਆਪਣੇ ਜੋਗੇ ਵੀ ਨਾ ਹੁੰਦੇ, ਆਪਣੇ ਖਾਣ ਜੋਗਾ ਵੀ ਨਾ ਕਮਾ ਸਕਦੇ। ਪਰ ਵਾਹਿਗੁਰੂ ਜੀ ਨੇ ਇਹ ਚੰਗਾ ਕੀਤਾ ਕਿ ਮੂੰਹ ਮਿੱਠਾ ਲਾਇਆ। ਇਸ ਮਾਇਆ ਦੇ ਪ੍ਰਤੀ ਮੋਹ ਜਿਹੜਾ ਸੀ ਉਹ ਮਿੱਠਾ ਲਾ ਦਿੱਤਾ। ਇਸ ਪੰਕਤੀ ਨੂੰ ਪੜ੍ਹ ਲੈਣਾ ਜਾ ਕੇ ਕਿ ਇਹ ਮਨ ਚੰਚਲ ਹੈ, ਚਤਰਾਈਆਂ ਦੇ ਨਾਲ ਕਿਸੇ ਨੂੰ ਵਾਹਿਗੁਰੂ ਜੀ ਨਹੀਂ ਮਿਲਦੇ, ਚਤਰਾਈ ਨਾਲ ਕਿਸੇ ਨੇ ਰੱਬ ਨੂੰ ਨਹੀਂ ਪਾਇਆ। ਪਰ ਪਰਮਾਤਮਾ ਨੇ ਇਹ ਮਾਇਆ ਜਿਹੜੀ ਠਗੋਲੀ ਪਾ ਦਿੱਤੀ ਹੈ, ਠੱਗ ਬੁੱਟੀ ਪਾ ਦਿੱਤੀ, ਜਿਹੜੀ ਲੋਕਾਂ ਨੂੰ ਠੱਗਦੀ ਹੈ। ਮੂੰਹ ਮਿੱਠਾ ਵੀ ਜਾਣ ਬੁੱਝ ਕੇ ਪਰਮਾਤਮਾ ਨੇ ਲਾਇਆ ਹੋਇਆ। ਤੇ ਮੈਂ ਬੇਨਤੀ ਕਰਦਾ ਹੁੰਦਾ, ਜੇ ਆਪਾਂ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਈਏ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਈਏ, ਫਿਰ ਵਾਹਿਗੁਰੂ ਆਪੇ ਕਿਰਪਾ ਕਰਕੇ ਸਾਨੂੰ ਇਸ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਣਗੇ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਫਿਰ ਲਾਸਟ ਪੰਕਤੀ 'ਚ ਕੀ ਕਹਿ ਰਹੇ ਨੇ ਕਬੀਰ ਸਾਹਿਬ? ਆਖਣ ਲੱਗੇ ਇਹ ਵਸਤੀ ਤਾਂ ਵਸਤ ਸਰੀਰਾ। ਆਖਣ ਲੱਗੇ ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿੱਚ ਵਸਦੀ ਹੈ,
ਔਰ ਜਿੰਨਾ ਚਿਰ ਸਾਡੇ ਮਨ ਵਿੱਚ ਵਸਦੀ ਹੈ ਤਦ ਤੱਕ ਜੀਵ ਸਰੀਰਾਂ ਵਿੱਚ ਆਓ ਕਿ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਜਦੋਂ ਇਹ ਮਾਇਆ ਸਾਡੇ ਮਨ ਵਿੱਚ ਵਸ ਰਹੀ ਹੈ, ਇਸ ਤਰ੍ਹਾਂ ਕਹਿ ਲਵਾਂ ਕਿ ਜਦੋਂ ਸਾਡਾ ਮਨ ਇਸ ਮਾਇਆ ਵਿੱਚ ਗਲਤਾਨ ਹੈ, ਉਹਨਾਂ ਚਿਰ ਇਹ ਗਲਤਾਨ ਹੋਇਆ ਜਿਹੜਾ ਮਨ ਹੈ, ਜੀਵ ਹੈ, ਇਹ ਜਨਮ ਮਰਨ ਦੇ ਚੱਕਰਾਂ ਵਿੱਚ ਪਿਆ ਰਹਿੰਦਾ ਹੈ। ਜੀਵ ਆਤਮਾ ਜਨਮ ਮਰਨ ਦੇ ਗੇੜ 'ਚ ਪਿਆ ਰਹਿੰਦਾ ਹੈ। ਪਰ ਕਹਿੰਦੇ ਗੁਰ ਪ੍ਰਸਾਦ ਸਹਿਜ ਤਰੇ ਕਬੀਰਾ, ਭਗਤ ਕਬੀਰ ਸਾਹਿਬ ਆਖ ਰਹੇ ਨੇ, ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਸਹਿਜ ਵਿੱਚ ਸਪਨੇ ਦੇ ਪ੍ਰਭਾਵ ਤੋਂ ਅਡੋਲ ਰਹਿ ਕੇ ਕਹਿੰਦੇ ਕਬੀਰ ਤਾਂ ਇਸ ਭਵ ਸਾਗਰ ਨੂੰ ਪਾਰ ਕਰ ਗਿਆ ਹੈ, ਭਾਵ ਕਿ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਗਿਆ ਤੇ ਜਨਮ ਮਰਨ ਦੇ ਗੇੜ ਤੋਂ ਵੀ ਬਚ ਗਿਆ। ਕਿਉਂਕਿ ਉਦੋਂ ਤੱਕ ਹੀ ਜਨਮ ਮਰਨ ਦੇ ਗੇੜ ਨੇ ਜਦੋਂ ਕਿ ਇਹ ਮਾਇਆ ਮਨ ਵਿੱਚ ਵਸ ਰਹੀ ਹੈ, ਔਰ ਫਿਰ ਇਹ ਮਨ ਵਿੱਚ ਵਸੀ ਹੋਈ ਮਾਇਆ ਹੀ ਸਾਨੂੰ ਜਨਮ ਮਰਨ ਦੇ ਗੇੜ ਵਿੱਚ ਪਵਾਉਂਦੀ ਹੈ। ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਤੇ ਮਨੁੱਖ ਇਸ ਮਾਇਆ ਤੋਂ ਅਡੋਲ ਹੋ ਜਾਂਦਾ ਹੈ ਤੇ ਮਾਇਆ ਤੋਂ ਅਡੋਲ ਰਹਿ ਕੇ ਜਨਮ ਮਰਨ ਦੀ ਜਿਹੜੀ ਘੁੰਮਣ ਘੇਰੀ ਹੈ ਉਸ ਵਿੱਚੋਂ ਫਿਰ ਬੰਦਾ ਪਾਰ ਲੰਘ ਜਾਂਦਾ। ਕਬੀਰ ਸਾਹਿਬ ਕਹਿੰਦੇ ਫਿਰ ਕਬੀਰ ਕਹਿੰਦੇ ਪਾਰ ਹੋ ਗਿਆ, ਘੁੰਮਣ ਘੇਰੀ ਤੋਂ ਬਚ ਗਿਆ, ਜਨਮ ਮਰਨ ਤੋਂ ਬਚ ਗਿਆ। ਇਸ ਦਾ ਅਰਥ ਹੈ ਕਿ ਇਸ ਮਾਇਆ ਵਿੱਚ ਰਹਿ ਕੇ ਰਹਿਣਾ ਮਾਇਆ ਵਿੱਚ ਹੈ, ਪਰ ਮਾਇਆ ਵਿੱਚ ਅਡੋਲ ਰਹਿਣਾ ਹੈ। ਜਿਵੇਂ ਕੋਈ ਘੁੰਮਣ ਘੇਰੀ ਹੋਵੇ ਨਾ, ਉਸ ਘੁੰਮਣ ਘੇਰੀ ਵਿੱਚੋਂ ਉਹ ਹੀ ਨਿਕਲ ਸਕਦਾ ਹੈ ਜਿਹੜਾ ਘੁੰਮਣ ਘੇਰੀ ਵਿੱਚੋਂ ਨਿਕਲਣ ਦੀ ਜੁਗਤ ਜਾਣਦਾ ਹੋਵੇ। ਜਿਹਨੂੰ ਜੁਗਤ ਨਹੀਂ ਆਉਂਦੀ, ਘੁੰਮਣ ਘੇਰੀ ਆਪਣੇ 'ਚ ਫਸਾ ਲੈਂਦੀ ਹੈ, ਉਸ ਬੰਦੇ ਨੂੰ ਡੋਬ ਦਿੰਦੀ ਹੈ, ਉਹਦਾ ਪਤਾ ਵੀ ਨਹੀਂ ਚੱਲਦਾ ਕਿੱਥੇ ਚਲਾ ਗਿਆ। ਇਸ ਤਰ੍ਹਾਂ ਇਹ ਮਾਇਆ ਵੀ ਮਨੁੱਖ ਦੇ ਉੱਤੇ ਇਸ ਤਰ੍ਹਾਂ ਹੀ ਆਪਣਾ ਪ੍ਰਭਾਵ ਪਾਉਂਦੀ ਹੈ। ਰਹਿਣਾ ਮਾਇਆ ਵਿੱਚ ਹੈ, ਮਾਇਆ ਵਿੱਚ ਰਹਿ ਕੇ ਨਿਰਲੇਪ ਰਹਿਣਾ, ਇਹ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਕਹਿ ਕੇ ਸਮਾਪਤੀ ਕਰਾਂ। ਸਿੱਧਾਂ ਨੇ ਪੁੱਛਿਆ ਸੀ, ਤੁਸੀਂ ਗ੍ਰਸਤੀ ਹੋ, ਪਰਿਵਾਰ ਵਾਲੇ ਹੋ ਅਤੇ ਤੁਸੀਂ ਜੋਗੀਆਂ ਵਾਲੇ ਇਹ ਵਸਤਰ ਪਾਏ ਨੇ, ਪਰ ਤੁਸੀਂ ਨਿਰਲੇਪ ਕਿਵੇਂ ਰਹਿ ਸਕਦੇ ਹੋ? ਘਰ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ ਬੰਦਾ ਨਿਰਲੇਪ ਨਹੀਂ ਹੋ ਸਕਦਾ, ਤੁਸੀਂ ਕਿਵੇਂ ਨਿਰਲੇਪ ਹੋ ਗਏ? ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਜੋਗੀਆਂ ਨੂੰ ਕਿ ਮੈਂ ਨਿਰਲੇਪ ਹੋ ਗਿਆ, ਮੇਰੇ ਕੋਲ ਜੁਗਤ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਹਿਣੇ, ਸ਼ਬਦ ਸੁਰਤ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਮੇਰੇ ਕੋਲ ਇਹ ਜੁਗਤੀ ਹੈ ਕਿ ਸ਼ਬਦ ਵਿੱਚ ਮੈਂ ਆਪਣੀ ਸੁਰਤ ਨੂੰ ਜੋੜ ਲਿਆ ਅਤੇ ਨਾਨਕ ਉਸ ਪਰਮਾਤਮਾ ਦੇ ਨਾਮ ਨੂੰ ਵਿਖਿਆਨ ਕਰਦਾ। ਪਰਿਵਾਰ ਵਿੱਚ ਰਹਿ ਕੇ, ਕਾਰੋਬਾਰ ਕਰਦਿਆਂ ਹੋਇਆਂ, ਸਮਾਜ 'ਚ ਵਿਚਰਦਿਆਂ ਹੋਇਆਂ, ਸੁਰਤ ਕਹਿੰਦੇ ਨੇ ਸ਼ਬਦ ਵਿੱਚ ਜੁੜੀ ਰਹਿੰਦੀ ਹੈ। ਅਤੇ ਮੈਂ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦਾ ਹਾਂ ਅਤੇ ਨਾਮ ਦੇ ਨਾਲ ਜੁੜ ਕੇ ਇਸ ਮਾਇਆ ਦੇ ਪ੍ਰਭਾਵ ਤੋਂ ਮੈਂ ਨਿਰਲੇਪ ਹੋ ਗਿਆ ਹਾਂ। ਰਹਿੰਦਾ ਮੈਂ ਵੀ ਮਾਇਆ ਵਿੱਚ ਹਾਂ, ਪਰਿਵਾਰ ਵਿੱਚ ਹਾਂ, ਪਰ ਇਹ ਮਾਇਆ ਆਪਣਾ ਪ੍ਰਭਾਵ ਮੇਰੇ ਉੱਤੇ ਨਹੀਂ ਪਾਉਂਦੀ। ਬਾਬੇ ਨਾਨਕ ਨੇ ਇਹ ਜੁਗਤ ਜੋਗੀਆਂ ਨੂੰ ਬਖਸ਼ੀ। ਗੁਰਸਿੱਖੋ ਆਪਾਂ ਵੀ ਗੁਰੂ ਸਾਹਿਬ ਜੀ ਕੋਲੋਂ ਇਹ ਜੁਗਤ ਲੈ ਲਈਏ, ਰਹੀਏ ਪਰਿਵਾਰ ਵਿੱਚ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜੋ ਡਿਊਟੀਆਂ ਲੱਗੀਆਂ ਉਹਨਾਂ ਨੂੰ ਨਿਭਾਉਂਦੇ ਹੋਏ ਅਤੇ ਗੁਰੂ ਕੇ ਬਚਨਾਂ ਦੀ ਕਮਾਈ ਕਰੀਏ। ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ, ਨਾਨਕ ਹਰ ਭਉ ਆਪੇ ਮੇਲੇ। ਬਹੁਤ ਧੰਨਵਾਦ ਸਾਰਿਆਂ ਦਾ। ਗੁਰੂ ਕਿਰਪਾ ਕਰੇ ਜੋ ਆਖਿਆ, ਜੋ ਗੁਰੂ ਨੇ ਅਖਵਾਇਆ ਹੈ, ਜੋ ਸੁਣਿਆ ਹੈ, ਜੋ ਸੁਣਾਇਆ ਹੈ, ਉਹ ਸਾਡੇ ਸਾਰਿਆਂ ਦੇ ਮਨਾਂ ਵਿੱਚ ਵਸ ਜਾਏ ਤਾਂ ਕਿ ਸਾਡਾ ਸਾਰਿਆਂ ਦਾ ਜੀਵਨ ਸਫਲਾ ਹੋ ਸਕੇ, ਮਾਇਆ ਦੇ ਪ੍ਰਭਾਵ ਤੋਂ ਉਪਰਾਮ ਹੋ ਸਕੀਏ। ਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।